ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਤੇ ਮੰਚ ਤੋਂ। ਦਰਸ਼ਕੋ, ਆਪਾਂ ਗੱਲਾਂ ਬਹੁਤ ਕਰਦੇ ਹਾਂ ਕਿ ਸਰਕਾਰ 'ਚ ਆ ਕਮੀਆਂ ਜਾਂ ਕਿਸੇ ਹੋਰ ਆ ਕਮੀਆਂ ਨੇ, ਪਰ ਕਈ ਪੋਜ਼ੀਟਿਵ ਨੋਟ ਤੇ ਵੀ ਗੱਲਾਂ ਹੁੰਦੀਆਂ ਨੇ। ਜਿੱਦਾਂ ਪੋਜ਼ੀਟਿਵ ਕੱਲ ਪਰਸੋਂ ਦੀ ਗੱਲ ਹੈ, ਦਿੱਲੀ ਤੋਂ ਮੁੰਬਈ ਫਲਾਈਟ ਜਾ ਰਹੀ ਤੇ ਕਿਸੇ ਪੈਸੇਂਜਰ ਦੀ ਜੋ ਹੈ ਅਨਕੌਂਸ਼ੀਅਸ ਹੋ ਗਿਆ, ਉਹਦੀ ਸਿਹਤ ਜਿਹੜੀ ਹੈ ਉਹ ਵਿਗੜ ਗਈ ਤੇ ਉਸੇ ਹੀ ਫਲਾਈਟ ਦੇ ਵਿੱਚ ਡਾਕਟਰ ਜਿਹੜੇ ਆ ਭਾਗਵਤ ਕਰਾਰ, ਜਿਹੜੇ ਕਿ ਕੇਂਦਰੀ ਵਿੱਤ ਰਾਜ ਮੰਤਰੀ ਹੈ, ਉਹ ਵੀ ਉਹਦੇ ਵਿੱਚ ਸਫ਼ਰ ਕਰ ਰਹੇ ਸੀ। ਦਰਸ਼ਕੋ, ਉਹਨੂੰ ਜਿਹੜੀ ਫਸਟ ਏਡ ਦਿੱਤੀ ਔਰ ਕਾਫੀ ਹੈਲਪ ਵੀ ਕੀਤੀ। ਫਸਟ ਏਡ 'ਚ ਉਹਨਾਂ ਨੇ ਇੰਜੈਕਸ਼ਨ ਵੀ ਲਾਇਆ ਅਤੇ ਉਹਨੂੰ ਵਾਪਸ ਜਿਹੜਾ ਉਹ ਪੈਸੇਂਜਰ ਸੀ ਉਹਨੂੰ ਵਧੀਆ ਕੌਂਸ਼ੀਅਸ 'ਚ ਲਿਆਂਦਾ। ਅਤੇ ਇਸ ਗੱਲ ਤੋਂ ਵਧਾਈ ਦੇ ਪਾਤਰ ਨੇ ਕਿ ਕਾਸ਼ ਸਾਡੇ ਸਾਰੇ 100% ਨੇਤਾ ਜਿਹੜੇ ਹੈ ਇੱਦਾਂ ਦੇ ਸੁਹਿਰਦ ਹੋ ਜਾਣ। ਅਸੀਂ ਅਰਦਾਸ ਕਰਾਂਗੇ। ਦਰਸ਼ਕੋ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਰੈਗੂਲਰ ਆਪਣੇ ਅੱਜ ਕੱਲ੍ਹ ਦੇ ਜੀਵਨ ਦੇ ਵਿੱਚ ਚੱਲ ਰਹੀਆਂ ਨੇ। ਅੱਜ 77 ਜਗ੍ਹਾ 'ਤੇ ਯਾਨੀ 77 ਪਲੇਸਿਸ ਦੇ ਵਿੱਚ CBI ਨੇ ਛਾਪੇ ਮਾਰੇ ਆ, ਖਾਸ ਕਰਕੇ ਨਾਰਥ ਇੰਡੀਆ ਦੇ ਵਿੱਚ, ਜਿਹੜੇ ਕਿ ਚਾਈਲਡ ਪੋਰਨੋਗ੍ਰਾਫੀ ਨੂੰ ਲੈ ਕੇ ਜਿਹੜੀਆਂ ਰਿਪੋਰਟਾਂ ਮਿਲ ਰਹੀਆਂ ਸੀਗੀਆਂ। ਉਹਨਾਂ ਲੋਕਾਂ ਜਿਹੜੇ ਦੋਸ਼ੀ ਸੀ, ਆਪਾਂ ਦੋਸ਼ੀ ਨਹੀਂ ਕਹਿ ਸਕਦੇ ਜਿੰਨੇ ਚਿਰ ਮਾਨਯੋਗ ਅਦਾਲਤ ਉਹਨਾਂ ਨੂੰ ਦੋਸ਼ੀ ਮੰਨ ਨਹੀਂ ਲੈਂਦੀ, ਪਰ ਜਿਹੜੇ ਇਹ ਕੰਮ ਕਰਦੇ ਸੀ, ਜਿਨ੍ਹਾਂ 'ਤੇ ਸ਼ੱਕ ਸੀਗਾ, 77 ਇੱਕ ਦਿਨ 'ਚ CBI ਨੇ ਛਾਪੇ ਮਾਰੇ, ਜਿਹਦੇ ਵਿੱਚ ਹਰਿਆਣਾ, ਪੰਜਾਬ ਵੀ ਸ਼ਾਮਲ ਹੈ। ਪਤਾ ਨਹੀਂ ਇਨਸਾਨੀਅਤ ਇੰਨੀ ਨਿਗਾਹ ਵੱਲ ਕਿਉਂ ਜਾ ਰਹੀ ਹੈ। ਜੇ ਗੱਲ ਕਰਦੇ ਹਾਂ ਸਿੱਧੂ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸਰਦਾਰ ਚਰਨਜੀਤ ਸਿੰਘ ਚੰਨੀ, ਸਰਕਾਰ ਇੱਕੋ ਪਾਰਟੀ ਚਲਾ ਰਹੇ, ਇੱਕੋ ਪਾਰਟੀ ਜਿਹੜੀ ਸਰਕਾਰ ਚਲਾ ਰਹੀ, ਇੱਕ ਦੇ ਉਹ ਪ੍ਰਧਾਨ ਨੇ ਅਤੇ ਦੂਸਰੇ ਬੰਦੇ ਮੁੱਖ ਮੰਤਰੀ ਨੇ ਸੂਬੇ ਦੇ। ਇਹ ਮੀਟਿੰਗ ਕਰਦੇ, ਬਹੁਤ ਚੰਗਾ ਲੱਗਦਾ, ਬਾਅਦ ਆ ਕੇ ਕੋਈ ਸਟੇਟਮੈਂਟਾਂ ਵੀ ਦਿੰਦੇ, ਪਰ ਦੂਸਰੇ ਦਿਨ ਸਰਦਾਰ ਨਵਜੋਤ ਸਿੰਘ ਸਿੱਧੂ ਉਸ ਚੀਜ਼ ਦਾ ਖੰਡਨ ਜਾਂ ਉਹਦੇ ਉਲਟ ਸਟੇਟਮੈਂਟ ਦੇ ਦਿੰਦੇ ਹੈ। ਦੇਖਣਾ ਇਹ ਹੋਊਗਾ ਕਿ ਹੁਣ ਤਾਂ ਟਿਕਟਾਂ ਵੰਡਣ ਦਾ ਕੰਮ ਨੇੜੇ ਆ ਗਿਆ। ਹੁਣ ਤਾਂ ਅਗਲੀ ਸਰਕਾਰ ਬਣਾਉਣ ਵਾਸਤੇ ਇਕਜੁੱਟ ਹੋਣ ਦੀ ਜ਼ਰੂਰਤ ਹੈ, ਪਰ ਫਿਰ ਵੀ ਸੁਰਾਂ ਅੱਡੋ ਅੱਡ ਕਿਉਂ ਆ ਰਹੀਆਂ ਨੇ। ਗੱਲ ਕਰੀਏ ਦਰਸ਼ਕੋ ਕਿ ਇੱਕ ਖੁਸ਼ਖਬਰੀ ਜਿਹੜੀ ਆਈ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੁੱਲ੍ਹ ਜਾਣਾ ਬਹੁਤ ਛੇਤੀ 17 ਨਵੰਬਰ ਨੂੰ, ਪਰ ਲੋਕ ਆਸ ਕਰ ਰਹੇ ਆ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਕਿ ਜੇ ਆ ਕਰ ਸਕਦੇ ਤਾਂ ਜਿਹੜੇ ਬਾਰਡਰਾਂ 'ਤੇ ਬੈਠੇ ਕਿਸਾਨ ਸਾਡੇ, ਉਹਨਾਂ ਦਾ ਮਸਲਾ ਵੀ ਹੱਲ ਕਰ ਸਕਦੇ। ਔਰ ਲੋਕ ਕਾਫੀ ਹੱਦ ਤੱਕ ਇਹ ਵੇਟ ਵੀ ਕਰ ਰਹੇ ਕਿ ਬਹੁਤ ਛੇਤੀ ਕੋਈ ਸ਼ਾਇਦ ਨਿਊਜ਼ ਸੁਣਨ ਨੂੰ ਮਿਲੂਗੀ ਉਸ ਪਾਸੇ। ਅਤੇ ਲੁਧਿਆਣਾ ਦੇ ਵਿੱਚ ਅੱਜ 13 ਬੰਦੇ ਜਿਹੜੇ ਨਸ਼ਾ ਕੇਂਦਰ 'ਚੋਂ ਭੱਜ ਗਏ, ਜਦੋਂ ਬਾਅਦ 'ਚ ਉਹਨਾਂ ਨੂੰ ਉਹ ਭੱਜ ਕੇ ਇੱਕ ਹੌਸਪੀਟਲ 'ਚ ਆ ਗਏ। ਉੱਥੇ ਉਹਨਾਂ ਨੇ ਇੱਕ ਬੜੇ ਅਚੰਭਾ ਕਰਨ ਵਾਲੇ ਬਿਆਨ ਦਿੱਤੇ ਕਿ ਸਾਨੂੰ ਨਸ਼ਾ ਕੇਂਦਰ ਦੇ ਜਿਹੜਾ ਸੈਂਟਰ ਹੈ ਉਹਦੇ ਵਿੱਚ ਸਾਨੂੰ ਪਸ਼ੂਆਂ ਵਾਂਗੂ ਵਿਹਾਰ ਕੀਤਾ ਜਾਂਦਾ, ਟਾਈਮ 'ਤੇ ਖਾਣਾ ਨਹੀਂ ਦਿੱਤਾ ਜਾਂਦਾ। ਅਸੀਂ ਨਿਕਲਣਾ ਚਾਹੁੰਦੇ ਹਾਂ ਉਸ ਦਲਦਲ ਤੋਂ, ਪਰ ਉਹ ਬਿਹੇਵੀਅਰ ਜਿਹੜਾ ਉਹ ਸਹੀ ਨਹੀਂ ਹੈ। ਫਿਰ ਗੱਲ ਕਰਦੇ ਕਿ ਮੈਰਾਥਨ ਜਿਹੜੀ ਦੌੜ ਆ ਕਰਵਾਈ ਜਾਂਦੀ, ਪਿਛਲੇ ਕੁਛ ਦਿਨ ਪਹਿਲਾਂ ਅਬੋਹਰ ਦੇ ਵਿੱਚ ਵੀ ਕਰਵਾਈ ਗਈ ਸੀਗੀ। ਖੇਲ ਮੰਤਰੀ ਮਾਣਯੋਗ ਪ੍ਰਗਟ ਸਿੰਘ ਜੀ ਨੇ ਵੀ ਭਾਗ ਲਿਆ ਸੀ। ਅਤੇ ਹੁਣ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਵੀ ਇੱਕ ਜਿਹੜੀ ਹੈ ਜਨਹਿਤ ਸਮਿਤੀ ਵੱਲੋਂ ਵੀ ਕਰਵਾਈ ਗਈ ਸੀਗੀ। ਪਰ ਦੇਖਣਾ ਇਹ ਹੋਊਗਾ ਕਿ ਇਹ ਚੀਜ਼ਾਂ ਸਿਰਫ ਮਨੋਰੰਜਨ ਦਾ ਹੀ ਸਾਧਨ ਹੈ ਜਾਂ ਕੋਈ ਇਹ ਚੀਜ਼ ਸਮਾਜ ਦੇ ਵਿੱਚ ਕੋਈ ਭਲਾਈ ਦਾ ਕੰਮ ਵੀ ਕਰਦੀਆਂ ਨੇ। ਸਾਰੀਆਂ ਚੀਜ਼ਾਂ ਝਾਤ ਪਾਉਣ ਨੂੰ ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਤੋਂ ਸਪੈਸ਼ਲ ਦਾ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੇ। ਜੀ ਬਿਲਕੁਲ, ਜਿੰਨੇ ਵੀ ਸੁਣ ਰਹੇ ਨੇ ਸਾਰੇ ਓਪਨ ਪਲੇਟਫਾਰਮ ਜਸ ਪੰਜਾਬੀ ਨੂੰ, ਮੇਰਾ ਉਹਨਾਂ ਸਾਰਿਆਂ ਨੂੰ ਨਿੱਘੀ ਫਤਿਹ। ਤੇ ਹਮੇਸ਼ਾ ਵਾਂਗ, ਕਿਉਂਕਿ ਤੁਹਾਡਾ ਪ੍ਰੋਗਰਾਮ ਜਦੋਂ ਵੀ ਹੁੰਦਾ ਜੇ, ਤੁਹਾਡੇ ਨਾਲ ਬਹੁਤ ਸਾਰੇ ਸਵਾਲ ਤੇ ਬਹੁਤ ਸਾਰੇ ਸੂਝਵਾਨ ਲੋਕਾਂ ਦੇ ਸੁਝਾਅ ਵੀ ਆਉਂਦੇ ਨੇ। ਸੋ ਉਹਨਾਂ ਹੀ ਸੁਝਾਵਾਂ ਦੇ ਆਧਾਰ ਉੱਤੇ ਅੱਜ ਜ਼ਰੂਰ ਗੱਲ ਕਰਾਂਗੇ। ਤੁਸੀਂ ਬੜੇ ਵੱਖ-ਵੱਖ ਮੁੱਦੇ ਵੀ ਚੁੱਕੇ ਨੇ ਤੇ ਮੈਨੂੰ ਲੱਗਦਾ ਕਿ ਹਰ ਇੱਕ ਮੁੱਦਾ ਆਪਣੇ ਆਪ ਵਿੱਚ, ਹਾਲਾਂਕਿ ਇੱਕ ਪੂਰਾ ਪ੍ਰੋਗਰਾਮ ਮੰਗਦਾ, ਫਿਰ ਵੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਮੁੱਦੇ ਇਹਦੇ ਵਿੱਚ ਕਵਰ ਕਰ ਸਕੀਏ। ਪਰ ਮੈਂ ਸਭ ਤੋਂ ਪਹਿਲਾਂ ਚੁੱਕਣਾ ਚਾਹੁੰਦੀ ਹਾਂ, ਤੁਸੀਂ ਜੋ ਜ਼ਿਕਰ ਕੀਤਾ ਚਾਈਲਡ ਪੋਰਨੋਗ੍ਰਾਫੀ ਦਾ। ਜੀ, ਮੈਂ ਐਕਚੁਅਲੀ ਪੁੱਛਣਾ ਹੀ ਉਹ ਸੀਗਾ। ਇਹ ਚੀਜ਼ਾਂ ਦਿਲ ਨੂੰ ਨਾ ਚਕਚੋਰ ਕਰਕੇ ਰੱਖ ਦਿੰਦੀਆਂ ਕਿ ਆਪਾਂ ਕਿਹੜੇ ਨਿਗਾਰ ਵੱਲ, ਸਮਾਜ ਕਿੱਧਰ ਨੂੰ ਜਾ ਰਿਹਾ ਹੈ। 77 ਜਗ੍ਹਾ 'ਤੇ CBI ਦੇ ਛਾਪੇ ਨਾਰਥ ਇੰਡੀਆ ਦੇ ਵਿੱਚ ਮਾਰੇ ਜਾਣੇ, ਇਹਦਾ ਮਤਲਬ ਬਹੁਤ ਕੰਮ ਜਿਹੜਾ ਜ਼ਿਆਦਾ ਖਰਾਬ ਸੀ। ਜੀ, ਕੀ ਕਹਿਣਾ ਚਾਹੋਗੇ? ਬਿਲਕੁਲ, ਦੇਖੋ ਇਹ ਜਿੱਥੋਂ ਮੈਂ ਥੋੜੀ ਜਿਹੀ ਸਾਡੇ ਨਜ਼ਰੀ ਪਈ ਸੀ ਗੱਲ, ਮੈਂ ਤੁਹਾਨੂੰ ਉੱਥੇ ਲੈ ਜਾਂਦੀ ਹਾਂ। ਹਰਿਆਣਾ ਦੇ ਸੁਧਾਰ ਘਰਾਂ ਦੇ ਵਿੱਚ ਬੇਟੀਆਂ ਛੱਡੀਆਂ ਜਾਂਦੀਆਂ ਸੀ, ਜਿਹੜੇ ਲੋਕ ਸੁੱਟ ਜਾਂਦੇ ਸਨ।
ਉਹ ਜਾਂ ਜਿਹੜੀਆਂ ਕਿਸੇ ਨੂੰ ਚਾਹੀਦੀਆਂ ਨਹੀਂ ਸਨ, ਉਹ ਸਾਰੀਆਂ ਉਹ ਇਹ ਜ਼ਿੰਮਾ ਚੁੱਕਦੇ ਸਨ ਕਿ ਅਸੀਂ ਇਹਨਾਂ ਨੂੰ ਰੱਖ ਰਹੇ ਹਾਂ। ਹੂੰ ਹੂੰ ਸੋ ਹੂੰ ਜੋ ਮੇਨਟੇਨ ਕਰਨ ਵਾਲੇ ਸਾਰੇ ਜੋ ਸੀ ਉੱਥੇ ਜਿੰਨੇ ਵੀ ਬੈਠੇ ਹੋਏ, ਉਹਨਾਂ ਦੀ ਕੀ ਸਥਿਤੀ ਮੌਜੂਦਾ ਜਾਂ ਉਹਨਾਂ ਦੀ ਕੀ ਕਿਰਦਾਰ ਸੀ, ਮੇਰਾ ਖਿਆਲ ਹੈ ਉਹਨਾਂ ਖਬਰਾਂ ਤੋਂ ਨਸ਼ਰ ਹੋਈ ਜਿੱਥੇ ਬੜੀਆਂ ਜੋ ਨੈਸ਼ਨਲ ਨਿਊਜ਼ਪੇਪਰਸ ਨੇ ਫਰੰਟ ਪੇजेस ਤੇ ਇੱਕ ਨਹੀਂ 2 ਦਿਨ ਮਹੀਨਾ ਭਰ ਉਹ ਸਾਰਾ ਤੇ ਰਹੇ, ਤੇ ਜਿਸ ਰਾਹੀਂ ਪਤਾ ਲੱਗਿਆ, ਸੱਚੀ ਦਿਲ ਕੰਬਦਾ ਇਹ ਸੋਚਦਿਆਂ ਵੀ ਕਿ ਕਿਵੇਂ 5-5 6-6 ਸਾਲ ਦੀਆਂ ਬੱਚੀਆਂ ਨੂੰ ਕਿਵੇਂ ਜਬਰੀ ਪੋਰਨੋਗ੍ਰਾਫੀ ਵੱਲ ਧੱਕਿਆ ਜਾਂਦਾ ਸੀ, ਕਿਵੇਂ ਉਹਨਾਂ ਦੀ ਨੇਕਡ ਪੈਰੇਡ ਕਰਾਈ ਜਾਂਦੀ ਸੀ, ਕਿਵੇਂ ਪੁੱਠੇ ਟੰਗਿਆ ਜਾਂਦਾ ਸੀ, ਪੱਖਿਆਂ ਨਾਲ ਮਾਰ ਕੁਟਾਈ ਕੀਤੀ ਜਾਂਦੀ ਸੀ, ਭੁੱਖੇ ਰੱਖਿਆ ਜਾਂਦਾ ਸੀ, ਫਿਰ ਪੇਸ਼ ਕਿਹਨਾਂ ਨੂੰ ਕੀਤਾ ਜਾਂਦਾ ਸੀ। ਸ਼ਰਮਿੰਦਗੀ ਆਉਂਦੀ ਹੈ ਜੇ ਤੁਸੀਂ ਰਤਿਕ ਉਸ ਪਾਸੇ ਧਿਆਨ ਕਰੋ। ਖਬਰਾਂ ਵਿੱਚ ਇਹ ਮਿਲਦਾ ਸੀ ਕਿ ਸਾਬਕਾ ਜੱਜ ਵੀ ਤੇ ਮੌਜੂਦਾ ਜੱਜ ਵੀ ਇਹ ਵਿੱਚ ਸਨ ਸ਼ਾਮਲ, ਜਿਨ੍ਹਾਂ ਦੇ ਅੱਗੇ ਉਹਨਾਂ ਨੂੰ ਨੇਕਡ ਪੈਰੇਡ ਕਰਾਈ ਜਾਂਦੀ ਸੀ, ਜਿਨ੍ਹਾਂ ਦੇ ਵਿੱਚ IAS ਆਫੀਸਰਸ, IPS ਆਫੀਸਰਸ, ਸੀਨੀਅਰ ਜੋ ਗਵਰਨਮੈਂਟ ਅਫੀਸ਼ੀਅਲਸ, ਉਹਨਾਂ ਤੋਂ ਇਲਾਵਾ ਜੋ ਬਾਹਰੋਂ ਕਿਸੇ ਮਿਲਣ ਆਉਂਦੇ ਸਨ ਮੰਤਰੀ ਸਾਹਿਬਾਨ ਨੂੰ ਵੀ, ਉਹਨਾਂ ਨੂੰ ਬਾਹਰਲੇ ਲੋਕਾਂ ਅੱਗੇ ਵੀ ਪੇਸ਼ ਕਰਨ ਲਈ ਇਹੀ ਬੇਟੀਆਂ ਅੱਗੇ ਧਰੀਆਂ ਜਾਂਦੀਆਂ ਸਨ। ਉਹਨਾਂ ਦੀ ਫੋਟੋਗ੍ਰਾਫੀ ਕਰਨ ਲਈ ਜੋ ਇਹ ਸਾਰਾ ਕੁਝ ਧੰਦਾ ਚੱਲ ਰਿਹਾ ਸੀ, ਇਹ ਇੰਨਾ ਕੁ ਸ਼ਰਮਨਾਕ ਸੀ, ਇੰਨਾ ਇਹ ਕਾਰਾ ਕਿ ਪੜ੍ਹਦਿਆਂ ਵੀ ਮਹਿਸੂਸ ਹੁੰਦਾ ਸੀ ਕਿ ਅਸੀਂ ਕਿਸ ਹੱਦ ਤੱਕ ਗਿਰ ਚੁੱਕੇ ਹਾਂ। ਉਹਨਾਂ ਨੂੰ ਈਸਟ੍ਰੋਜਨ ਇੰਜੈਕਸ਼ਨਸ ਵੀ ਲਾਏ ਗਏ, ਜਬਰੀ ਜ਼ਬਾਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜੋ ਤਸ਼ੱਦਦ ਉਹਨਾਂ ਤੇ ਢਾਇਆ ਜਾਂਦਾ ਸੀ ਉਹ ਬਿਆਨੋਂ ਬਾਹਰ ਹੈ। ਉੱਥੋਂ ਖਬਰ ਤੇ ਲੈ ਚਲਦੀ ਹਾਂ ਜਿੱਥੇ ਮੀਡੀਆ ਨੂੰ ਵੈਸੇ ਸਲਾਮ ਕਰਨ ਦਾ, ਕਿਉਂਕਿ ਇਹ ਜੋ ਚੌਥਾ ਥੰਮ ਹੈ ਵਾਕਈ ਕਮਾਲ ਦਾ ਇਹ ਆਪਣਾ ਰੋਲ ਅਦਾ ਕਰਦਾ ਹੈ, ਕਿ ਅਸੈਂਬਲੀ ਵਿੱਚ ਬੈਠੇ ਇਹਨਾਂ ਨੇ ਉਹ ਫੋਟੋ ਪਿਕ ਕੀਤੀ ਜਿੱਥੇ ਪੂਰੇ ਯਾਨੀ ਮੁਲਕ ਦੇ ਸੁਧਾਰ ਦੀ ਗੱਲ ਚੱਲ ਰਹੀ ਸੀ, ਉੱਥੇ ਪਿਛਲੀਆਂ ਸੀਟਾਂ ਤੇ ਬੈਠੇ 4 ਜੋ ਸਾਡੇ ਹੀ ਚੁਣੇ ਹੋਏ ਨੁਮਾਇੰਦੇ ਉਹ ਚਾਈਲਡ ਪੋਰਨੋਗ੍ਰਾਫੀ ਵੇਖਦੇ ਹੋਏ ਫੜੇ ਗਏ। ਯਾਨੀ ਇਹ ਕਿਰਦਾਰ ਚੁਣ ਕੇ ਕੌਣ ਭੇਜਦਾ ਹੈ? ਵੱਡਾ ਸਵਾਲ ਤਾਂ ਇਹ ਹੈ ਕਿ ਇਹਨਾਂ ਨੂੰ ਚੁਣ ਕੇ ਭੇਜ ਕੌਣ ਰਿਹਾ? ਜੇ ਲੋਕਾਂ ਨੂੰ ਪਤਾ ਕਿ ਇਹ ਜਦੋਂ ਦਾਖਲ ਹੁੰਦੇ ਨੇ ਇੱਥੇ, ਇੱਕ ਮੈਂ ਇਹ ਸ਼ਬਦ ਜਾਣ ਬੁੱਝ ਕੇ ਵਰਤਿਆ ਕਿ ਇਸ ਥਾਂ ਤੇ ਦਾਖਲ ਹੁੰਦੇ ਨੇ ਪੋਲੀਟੀਕਲ ਪਾਰਟੀ ਦੇ ਵੱਲ, ਉਦੋਂ ਜੋ ਜਹਾਦ ਲਿਖਾਉਂਦੇ ਨੇ ਤੇ 5 ਸਾਲਾਂ ਬਾਅਦ ਉਹ 800 ਜਾਂ 900 ਗੁਣਾ ਕਈ ਵਾਰ ਵਧੀ ਹੁੰਦੀ ਹੈ। ਆਖਰ ਕਿਵੇਂ? ਉਹਦੇ ਚ ਭਾਵੇਂ ਹੋਵੇ, ਭਾਵੇਂ ਕੁਝ ਤਨਖਾਹਾਂ ਸਾਡੇ ਸਾਰਿਆਂ ਦੇ ਸਾਹਮਣੇ ਨੇ, ਤਾਂ ਕਿਵੇਂ ਉਨੀ ਕੁ ਸੀਮਤ ਤਨਖਾਹ ਦੇ ਵਿੱਚ 1.5 ਲੱਖ ਦਾ ਪਹਿਲਾਂ ਜਾਂਦੇ ਸਾਰੀ ਤੀਸਰੇ ਚੌਥੇ ਦਿਨ ਹੀ ਉਹ ਫੋਨ ਵੀ ਲੈ ਲੈਣਗੇ, ਕਾਰਾਂ ਦਾ ਲਓ, ਕੋਠੀਆਂ ਦੇਖ ਲਓ, ਕਿਵੇਂ ਉਹਨਾਂ ਦੀਆਂ ਇਹ ਨਾ ਸਿਰਫ ਇੱਥੇ ਬਲਕਿ ਪੰਜਾਬੋਂ ਬਾਹਰ ਵੀ ਤੇ ਮੁਲਕ ਤੋਂ ਬਾਹਰ ਵੀ ਫਿਰ ਜਾਇਦਾਦਾਂ ਵੀ ਬਣਦੀਆਂ ਨੇ। ਇਹ ਸਾਰਾ ਕੁਝ ਕਿੱਥੋਂ ਆਉਂਦਾ ਜੇ? ਚਾਈਲਡ ਪੋਰਨੋਗ੍ਰਾਫੀ ਦੇ ਵਿੱਚ ਇੱਕ ਖਿਆਲ ਸ਼ਾਇਦ ਜੇ ਭੁੱਲ ਗਿਆ ਹੋਏ ਕਿਸੇ ਨੂੰ, ਮੋਗਾ ਸੈਕਸ ਸਕੈਂਡਲ ਚਲਾਉਣ ਵਾਲੇ ਵੀ ਸਿਆਸਤਦਾਨ ਹੀ ਸਨ। ਉਹਨਾਂ ਦੇ ਪੁੱਤਰ ਦਾ ਨਾਮ ਬੜਾ ਸਾਹਮਣੇ ਉੱਭਰ ਕੇ ਉਛਲ ਕੇ ਆਇਆ ਸੀ। ਤਰ੍ਹਾਂ ਅਗਲੇ ਕਿਰਦਾਰਾਂ ਵੱਲ ਝਾਤ ਮਾਰੀਏ ਜੋ ਕਿ ਇਸ ਵੇਲੇ ਦੀ ਮੌਜੂਦਾ ਵਿਧਾਨ ਸਭਾ ਵਿੱਚ ਬੜਾ ਜ਼ਬਰਦਸਤ ਮੁੱਦਾ ਗੂੰਜਿਆ। ਉਹਦੇ ਵਿੱਚ ਬਿਕਰਮਜੀਤ ਮਜੀਠੀਆ ਜੀ ਨੇ ਬੜਾ ਜ਼ਬਰਦਸਤ ਇੱਕ ਇਲਜ਼ਾਮ ਲਾਇਆ, ਜਿਸ ਬਾਰੇ ਮੇਰਾ ਖਿਆਲ ਹੈ ਅਖਬਾਰਾਂ ਵੀ ਬੋਲਦੀਆਂ ਸਨ, ਤੇ ਜਿਹੜੀ ਵੀ ਔਰਤਾਂ ਦੇ ਹੱਕ ਲਈ ਲੰਬਰਦਾਰ ਜੋ ਬਣਾਈ ਗਈ ਸੰਸਥਾ, ਉਹਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਮਟਕਾ ਚੌਂਕ ਵਿੱਚ ਬੈਠ ਕੇ ਮੈਂ ਇਹਦਾ ਵਿਰੋਧ ਕਰਨ ਲਈ ਉੱਥੇ ਬੈਠਾਂਗੀ, ਕਿਉਂਕਿ ਉਦੋਂ ਚੰਨੀ ਜੀ ਦਾ ਨਾਮ ਉਛਲਿਆ ਸੀ ਕਿ ਇਹਨਾਂ ਨੇ ਇੱਕ ਸੀਨੀਅਰ ਆਫੀਸਰ ਦੇ ਨਾਲ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ, ਜੋ ਮੀ ਟੂ ਦੀ ਆਵਾਜ਼ ਉੱਠੀ, ਉਹ ਵੀ ਦਾ ਕਿਰਦਾਰ ਦੱਸਦੀ ਹੈ ਕਿਸ ਦੇ ਹੱਥ ਅਸੀਂ ਪੰਜਾਬ ਦੀ ਵਾਗਡੋਰ ਫੜਾ ਰਹੇ ਹਾਂ। ਜ਼ਰਾ ਭੁੱਲਣਾ, ਕੇਤੀਆ ਸੀ ਜਿਹੜੀ ਫ੍ਰੈਂਚ ਕੁੜੀ ਆਈ ਸੀ, ਜਿਹਨੂੰ ਸਰੇਆਮ ਸਾਰਿਆਂ ਦੇ ਸਾਹਮਣੇ ਚੌਂਕ ਵਿੱਚ ਚੁੱਕਿਆ ਗਿਆ, ਕਿਸ ਤਰੀਕੇ ਬਲਾਤਕਾਰ ਕਰਕੇ ਜੋ ਉਹਦੇ ਨਾਲ ਹਾਲ ਕੀਤਾ ਗਿਆ, ਕਿਵੇਂ ਹਰ ਚੀਜ਼ ਫਿਰ ਗੋਲਮੋਲ ਕੀਤੀ ਗਈ, ਕਿਵੇਂ ਕਾਨੂੰਨ ਨਾਲ ਖਿਲਵਾੜ ਹੋਇਆ, ਸਭ ਕੁਝ ਸਭ ਅਜੇ ਤੇ ਅੱਜ ਉਹੀ ਫਿਰ ਮੰਤਰੀ ਪਦ ਤੇ ਬੈਠੇ ਹੋਣ, ਤਾਂ ਮੇਰਾ ਖਿਆਲ ਹੈ ਇਹ ਚੀਜ਼ਾਂ ਕੋਈ ਹੈਰਾਨ ਕਰਨ ਵਾਲੀਆਂ ਨਹੀਂ ਨੇ।
ਕਿ ਸਾਡਾ ਜੋ ਗੰਧਲਾ ਸਿਆਸਤ ਇਸ ਵੇਲੇ ਜਿਸ ਤਰੀਕੇ ਦੀ ਹੋ ਰਹੀ ਹੈ, ਜਾਂ ਕਹਿ ਸਕਦੇ ਆ, ਕਿਉਂਕਿ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਸ਼ਬਦ ਵਰਤਿਆ ਵੀ ਪਹਿਲਾਂ ਗਿਆ ਹੈ, ਕਿ ਪੋਲੀਟੀਕਲ ਮਾਫੀਆ ਇੱਕ ਬਣ ਚੁੱਕਾ ਹੈ, ਜਿਹਦੇ ਵਿੱਚ ਔਰਤਾਂ ਦਾ ਜਿਸ ਤਰੀਕੇ ਬੇਕਦਰੀ ਤੇ ਜਿਸ ਤਰੀਕੇ ਇਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ, ਉਹਦੇ ਵਿੱਚ ਕੋਈ ਲੁਕਾਅ ਨਹੀਂ ਹੈ। ਬਹੁਤ ਸਾਰੇ ਹੋਰ ਜਿੱਥੇ ਔਰਤਾਂ ਦੇ ਨਾਲ ਬੇਕਦਰੀ ਹੁੰਦੀ ਹੈ, ਭਾਵੇਂ ਉਹ ਫਿਲਮਾਂ ਦੇ ਵਿੱਚ ਲੈ ਲਓ ਜਾਂ ਹੋਰ ਵੀ ਬਹੁਤ ਪੇਸ਼ੇ ਨੇ, ਜਿੱਥੇ ਮੈਂ ਈਵਨ ਵੀ ਪੇਸ਼ਾ ਦੇ ਵਿੱਚ ਝਾਤ ਮਾਰਾਂ ਤੇ ਬਹੁਤ ਇਹੋ ਜਿਹੇ ਵੀ ਨਿਕਲ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਸਟੂਡੈਂਟਸ ਨੇ ਉਂਗਲਾਂ ਚੁੱਕੀਆਂ ਕਿ ਇਹ ਪ੍ਰੋਫੈਸਰ ਨੇ ਸਾਨੂੰ ਥੀਸਿਸ ਲਿਖਾਉਣ ਪਿੱਛੇ ਸਾਡਾ ਜੋ ਮਾੜਾ ਹਾਲ ਕੀਤਾ, ਜਾਂ ਜਿਵੇਂ ਸਾਡੀ ਦੁਰਵਰਤੋਂ ਕੀਤੀ, ਸਰੀਰਕ ਸ਼ੋਸ਼ਣ ਕੀਤਾ, ਸਭ ਖਬਰਾਂ ਦੱਬ ਦਿੱਤੀਆਂ ਜਾਂਦੀਆਂ ਨੇ, ਖਤਮ ਕਰ ਦਿੱਤੀਆਂ ਜਾਂਦੀਆਂ ਨੇ, ਕੱਢੀਆਂ ਨਹੀਂ ਜਾਂਦੀਆਂ। ਜੀ ਜੀ ਡਾਕਟਰ ਸਾਹਿਬ, ਤੁਸੀਂ ਐਲਾਬਰੇਟ ਬਹੁਤ ਸੋਹਣਾ ਕੀਤਾ। ਲੇਟੈਸਟ ਜਿਹੜੀ ਆਪਾਂ ਗੱਲ ਕਰ ਰਹੇ ਸੀ 77 ਜਗ੍ਹਾ ਤੇ, ਜਿਹੜੇ 77 ਜਗ੍ਹਾ ਤੇ ਛਾਪੇ ਵੱਜੇ CBI ਵੱਲੋਂ ਚਾਈਲਡ ਪੋਰਨੋਗ੍ਰਾਫੀ। ਨਾਰਥ ਇੰਡੀਆ ਦੇ ਵਿੱਚ ਸ਼ਾਇਦ ਕੋਈ ਕੇਸਿਸ ਹੋਣਗੇ ਜਿਹੜੇ ਸਾਡੀ ਨਿਗਾਹ 'ਚ, ਮੇਰੀ ਨਿਗਾਹ 'ਚ ਨਾ ਆਏ ਹੋਣਗੇ। ਲੇਟੈਸਟ ਤਾਂ ਮੁੰਬਈ ਦੇ ਵਿੱਚ ਜਿਹੜੇ ਇੱਕ ਫਿਲਮਾਂ ਵਾਲੇ ਲਾਈਨ ਦੇ ਬੰਦੇ ਦਾ ਆਇਆ ਸੀ। ਅਗੇਨ ਆਪਾਂ ਇਸ ਮੰਚ ਤੋਂ ਹਾਲੇ ਤਾਂ ਕਿਸੇ ਨੂੰ ਉਹ ਨਹੀਂ ਕਹਿ ਸਕਦੇ ਕਿਉਂਕਿ ਜਿੰਨੇ ਚਿਰ ਮਾਨਯੋਗ ਕੋਰਟ ਜਿਹੜਾ ਉਹਨਾਂ ਨੂੰ ਦੋਸ਼ੀ ਨਹੀਂ ਮੰਨ ਲੈਂਦਾ। ਸੋਚਿਆ ਸੀਗਾ ਕਿ ਏਡੇ ਵੱਡੇ ਜਿਹੜੇ ਹਸਤੀ ਆ, ਜੇ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਤਾਂ ਬਾਕੀ ਲੋਕ ਵੀ ਸੁਧਰ ਜਾਣਗੇ, ਪਰ ਇੰਨਾ ਪਤਾ ਨਹੀਂ ਸੀਗਾ ਕਿ ਦੀਵੇ ਥੱਲੇ ਹਨੇਰਾ ਆਪਣੇ ਏਰੀਏ ਦੇ ਵਿੱਚ ਹੀ ਆ ਸਭ ਕੁਝ ਚੱਲਦਾ। ਪਰ ਅਗੇਨ ਅਰਦਾਸ ਕਰਾਂਗੇ ਉਸ ਅਕਾਲ ਪੁਰਖ ਮੋਰੇ ਕਿ ਇੱਦਾਂ ਦੇ ਕੇਸ, ਇੱਦਾਂ ਆ ਜਿਹੜਾ ਨਗਾਰਾ ਆਪਣਾ ਸਮਾਜ ਜਾ ਰਿਹਾ, ਬੰਦਿਆਂ ਦੀ ਸੋਚ ਜਾ ਰਹੀ ਹੈ, ਇਹ ਨਾ ਜਾਵੇ। ਆਪਾਂ ਰੁਕਣਾ ਪੈ ਰਿਹਾ ਡਾਕਟਰ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਲਈ, ਉਸ ਤੋਂ ਬਾਅਦ ਆਪਾਂ ਅਗਲੇ ਮੁੱਦਿਆਂ ਤੇ ਆਉਂਦੇ। ਦਰਸ਼ਕੋ, ਸਾਡੇ ਨਾਲ ਬੜੇ ਹੋਏ ਨੇ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ, ਬਹੁਤ ਸੋਹਣਾ ਐਲੈਬੋਰੇਟ ਕੀਤਾ ਉਹਨਾਂ ਨੇ ਚਾਈਲਡ ਪੋਰਨੋਗ੍ਰਾਫੀ ਤੇ। ਅਗੇਨ ਜਿੰਨੇ ਚਿਰ ਮਾਣਯੋਗ ਕੋਰਟ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਦਿੰਦੀ, ਆਪਾਂ ਨਹੀਂ ਕਹਿ ਸਕਦੇ, ਪਰ ਅੱਗੇ ਜੇ ਸਮਾਜ ਦੇ ਵਿੱਚ ਆਪਾਂ ਆਵਾਜ਼ ਨਹੀਂ ਚੱਕਾਂਗੇ, ਚੁੱਪ ਕਰਕੇ ਠਹਿਰਾਵਾਂਗੇ, ਤਾਂ ਇਹ ਚੀਜ਼ ਵਧਣਗੀਆਂ ਜ਼ਰੂਰ। ਦਰਸ਼ਕੋ, ਬੜੇ ਰਹੋ ਪੰਜਾਬੀ ਸਾਨੂੰ ਪਰ ਐਕਚੁਅਲ ਬ੍ਰੇਕ ਲਈ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਤੇ ਮੰਚ ਤੋਂ ਆਪਣਾ ਬੜੇ ਹੋਏ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ, ਵੈਲਕਮ ਬੈਕ ਅਗੇਨ ਆਫਟਰ ਬ੍ਰੇਕ। ਆਪਾਂ ਗੱਲ ਕਰੀਏ ਮੌਜੂਦਾ ਰਾਜਨੀਤੀ ਤੇ, ਖਾਸ ਕਰਕੇ ਤੁਸੀਂ ਗੱਲ ਕੀਤੀ ਚੰਨੀ ਸਾਹਿਬ ਦੀ। ਬਹੁਤ ਸੋਹਣੀਆਂ ਪਿਕਚਰਾਂ ਦੇਖਣ ਨੂੰ ਮਿਲਦੀਆਂ ਕਈ ਵਾਰੀ, ਕੋਈ ਗਊ ਜਿਹੜੀ ਹੈ, ਗਾਂ ਇੱਕ ਟੋਏ 'ਚ ਡਿੱਗੀ ਪਈ ਹੈ, ਉਹ ਆਪਦੇ ਸੁਰੱਖਿਆ ਗਾਰਡਾਂ ਨੂੰ ਜਾਂ ਬੰਦਿਆਂ ਨੂੰ ਲੈ ਕੇ ਉਹਨੂੰ ਕੱਢਦੇ ਵੀ ਹੈ, ਮੱਥਾ ਵੀ ਟੇਕਦੇ, ਹੋਰ ਵੀ ਕਈ ਚੰਗੇ ਚਲੋ ਕਿਰਦਾਰ ਹੁੰਦੇ ਬੰਦੇ ਦੇ, ਬਹੁਤ ਵਧੀਆ ਗੱਲ ਆ। ਮੇਰਾ ਕੁਐਸਚਨ ਹੈ ਕਿ ਹੁਣ ਤਾਂ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਜਿੱਥੇ ਪਾਰਟੀ ਪ੍ਰਧਾਨ, ਮੈਂ ਰਾਜਨੀਤੀ ਵੱਲ ਲੈ ਕੇ ਜਾ ਰਿਹਾ ਤੁਹਾਨੂੰ ਥੋੜ੍ਹੀ ਜਿਹੀ, ਤੇ ਮੁੱਖ ਮੰਤਰੀ, ਮਾਣਯੋਗ ਮੁੱਖ ਮੰਤਰੀ ਸਾਹਿਬ, ਉਹ ਕਈ ਵਾਰ ਇਕੱਠੀ ਮੀਟਿੰਗ ਕਰਦੇ, ਲੱਗਦਾ ਕਿ ਬਹੁਤ ਚੰਗੇ ਸਿੱਟੇ ਲੈ ਕੇ ਅੱਗੇ ਵਧਣਗੇ ਜਾਂ ਜੋ ਵੀ ਆ, ਪਰ ਉਸ ਤੋਂ ਬਾਅਦ ਕਾਨਫਰੰਸ ਵੀ ਕਰਦੇ। ਪਰ ਦੂਜੇ ਦਿਨ ਖਾਸ ਕਰਕੇ ਤੁਹਾਡੇ ਸ਼ਾਹੀ ਸ਼ਹਿਰ ਵਾਲੇ ਸਰਦਾਰ ਸਾਹਿਬ, ਸਰਦਾਰ ਨਵਜੋਤ ਸਿੰਘ ਸਿੱਧੂ ਜੀ, ਉਹਦੇ ਉਲਟ ਬਿਆਨ ਦੇ ਦਿੰਦੇ ਆ। ਹੋ ਸਕਦਾ ਆਪ ਜਗ੍ਹਾ ਤਾਂ ਬਿਲਕੁਲ ਸਹੀ ਹੋਣ, ਪਰ ਗੱਲ ਇਹ ਕਿ ਉਹ ਜਿਹੜੀ ਤੈਅ ਜੀ ਆ, ਉਹ ਐ ਨਹੀਂ ਲੱਗ ਰਿਹਾ ਕਿ ਚੱਲ ਕੀ ਰਿਹਾ ਇੱਥੇ ਪੰਜਾਬ ਦੇ ਵਿੱਚ, ਖਾਸ ਕਰਕੇ ਗੌਰਮੈਂਟ ਤੇ ਇੱਕੋ ਪਾਰਟੀ ਦੋ ਬੰਦਿਆਂ ਦੇ ਵਿੱਚ। ਕੀ ਕਹਿਣਾ ਚਾਹੋਗੇ ਇੱਥੇ? ਹਾਂਜੀ, ਮੈਂ ਥੋੜਾ ਜਿਹਾ ਪਿੱਛਾ ਲੈ ਕੇ ਆਪਾਂ ਸ਼ੁਰੂ ਕਰਦੀ ਹਾਂ, ਜਿੱਥੋਂ ਮੇਰਾ ਖਿਆਲ ਹੈ ਸਪਸ਼ਟ ਸਭ ਨੂੰ ਹੋ ਜਾਏਗਾ। ਪਹਿਲਾਂ ਤੇ ਸਭ ਨੂੰ ਮੁਬਾਰਕਾਂ ਕਿ ਕਰਤਾਰਪੁਰ ਲਾਂਘਾ ਜੋ ਖੁੱਲ ਰਿਹਾ, ਜਿੱਥੇ ਹਰ ਪਾਰਟੀ ਛਾਤੀ ਤੇ ਹੱਥ ਮਾਰਦੀ, ਅਸੀਂ ਖੋਲਤਾ, ਜਦ ਕਿ ਉਹ ਥਾਂ, ਮੁਕੱਦਸ ਥਾਂ ਜਿਹੜੀ ਹੈ, ਉਹ ਕਹਿੰਦੀ ਇੱਕੋ ਹੀ ਗੱਲ ਉੱਥੋਂ ਸੁਨੇਹਾ ਉੱਠਿਆ ਸੀ ਕਿ ਮੈਂ ਸ਼ਬਦ ਛੱਡ ਦਿਓ, ਮੈਂ ਕੀ ਹੁੰਦਾ। ਤੇ ਜਿਹੜੀ ਆਵਾਜ਼ ਉੱਠੀ ਸੀ, ਚੇਤੇ ਕਰਿਓ, ਉਹ ਸੀ ਜਾਤ ਪਾਤ ਦੇ ਵਿਰੋਧ ਦੇ ਵਿੱਚ। ਮੈਂ ਇੱਥੋਂ ਵਾਪਸ ਤੁਹਾਡੇ ਹੀ ਸਵਾਲ ਤੇ ਆਨੀ ਆ ਕਿ ਉਹ ਜਿਸ ਦੀ ਅੱਜ ਦੁਨੀਆ ਭਰ ਵਿੱਚ ਉਸ ਸ਼ਖਸੀਅਤ ਦੀ, ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਲਈ ਜਿੱਥੇ ਸਾਰੇ ਸਿਰ ਨਿਉਂਦੇ ਨੇ, ਉੱਥੇ ਉਹਨਾਂ ਦੀ ਦੁਨੀਆ ਭਰ ਵਿੱਚ ਮਹਿਮਾ ਹੈ, ਤੇ ਹੋਰ ਧਰਮਾਂ ਦੇ ਲੋਕ ਵੀ ਉਹਨਾਂ ਦੀ ਇੱਜ਼ਤ ਕਰਦੇ ਨੇ, ਕਿਉਂਕਿ ਉਹਨਾਂ ਨੇ ਪਹਿਲੀ ਆਵਾਜ਼ ਨਾ ਸਿਰਫ ਔਰਤ ਜ਼ਾਤ ਦੇ ਹੱਕ ਵਿੱਚ ਚੁੱਕੀ ਸੀ, ਬਲਕਿ ਇਹ ਨੀਵਾਂ ਉੱਚਾ ਜੋ ਇਹ ਸਾਰਾ ਕੁਝ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਪਣੇ ਆਪ ਵੀ ਉਹਨਾਂ ਨੇ ਕਿਹਾ ਕਿ ਮੈਂ ਨੀਵਿਆਂ ਤੋਂ ਅੱਤ ਨੀਵਾਂ, ਤੇ ਜੇ ਮੇਰੇ ਨਾਲ ਮੈਂ ਆਪਣੀ ਮੈਂ ਤਿਆਗ ਕੇ ਆਊ। ਹੁਣ ਇੱਥੇ ਜੋ ਤੁਸੀਂ ਗੱਲ ਛੇੜੀ ਸਿਆਸਤ ਵਿੱਚ, ਜਿੱਥੇ ਕਰਤਾਰਪੁਰ ਲਾਂਘੇ ਦੇ ਵਿੱਚ ਸਾਰੇ ਜਿਹੜੇ ਮੈਂ ਕਰਦੇ ਨਹੀਂ ਹਟਦੇ, ਜੋ ਕਿ ਕੂੜ ਰਾਜਾ ਕੂੜ ਪਰਜਾ, ਇਹਨਾਂ ਚੋਂ ਕਿਸੇ ਨੇ ਕੱਖ ਰਹਿਣਾ ਨਹੀਂ ਇਹਨਾਂ ਦਾ, ਫਿਰ ਵੀ ਉਹ ਮੈਂ ਇਹ ਮੈਂ ਹੀ ਹੈ ਸਾਰੇ ਪੁਆੜੇ ਦੀ ਜੜ, ਜਿਹੜੇ ਅੱਜ ਸਿਆਸਤ ਦੇ ਵਿੱਚ ਕਿ ਮੈਂ, ਮੇਰੀ ਕੁਰਸੀ, ਮੇਰਾ ਦਬਦਬਾ, ਤੇ ਉਹ ਉਸੇ ਹਉਮੈ ਦੇ ਗੇੜ ਦੇ ਵਿੱਚ ਹੀ ਤੁਸੀਂ ਦੇਖ ਰਹੇ ਹੋ ਜੋ ਇਹ
ਇਸ ਵੇਲੇ ਝਗੜੇ ਨੇ, ਇਸ ਤੋਂ ਇਲਾਵਾ ਕੁਝ ਵੀ ਨਹੀਂ ਕਿ ਮੈਂ ਫਲਾਣੀ ਜਾਤ ਦਾ, ਮੈਂ ਇੱਥੇ ਆ ਗਿਆ, ਮੈਂ ਆਪਣੀ ਜਾਤ ਨੂੰ ਦੇਖਾਂਗਾ। ਅਸੀਂ ਫਿਰ ਜਿਹੜੇ ਸਾਰੇ ਪੰਜਾਬ ਇੱਕ ਜਾਣਿਆ ਜਾਂਦਾ ਸੀ ਸੱਚਮੁੱਚ ਸੈਕੂਲਰ, ਜਿੱਥੇ ਸਾਰੇ ਨਾ ਸਿਰਫ ਤਿਉਹਾਰਾਂ ਦੀ ਸਾਂਝ ਸੀ, ਬਲਕਿ ਵਿਆਹ ਤੁਸੀਂ ਦੇਖਦੇ ਹੋਗੇ ਕਈ ਘਰ ਸੀ ਜਿੱਥੇ ਪਹਿਲਾ ਬੱਚਾ ਹਿੰਦੂ ਟੱਬਰਾਂ ਵਿੱਚ ਵੀ ਸਿੱਖ ਬਣਾਇਆ ਜਾਂਦਾ ਸਿੱਖ ਸੀ। ਬਣਾਇਆ ਜਾਂਦਾ ਸੀ ਜੀ। ਹੱਲੇ ਵੀ ਆਪਸੀ ਰਵਾਇਤ ਪਿਆਰ ਹੈਗੀ ਕੁਝ ਟੱਬਰਾਂ 'ਚ, ਹਾਂਜੀ ਹੱਲੇ ਵੀ ਕੁਝ ਪਰਿਵਾਰਾਂ 'ਚ ਹੈ, ਹਾਂਜੀ। ਤਰ੍ਹਾਂ ਨਹੀਂ ਕੀਤਾ ਜਾਂਦਾ। ਮੈਂ ਜੇ ਆਪਣੇ ਵੀ ਝਾਤ ਮਾਰਾਂ ਤੇ ਮੇਰੇ ਨਾਨਾ ਜੀ ਵੀ ਹਿੰਦੂ ਤੋਂ ਸਿੱਖ ਬਣੇ, ਫਿਰ ਉਹਨਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜਮਾ ਕੀਤਾ ਸਾਰਾ। ਯਾਨੀ ਕਹਿਣ ਦਾ ਭਾਵ ਇਹ ਸੀ ਕਿ ਅਸੀਂ ਧਰਮ ਦੇ ਆਧਾਰ ਉੱਤੇ ਵੰਡੀਆਂ ਇਸ ਥਾਂ ਤੇ ਨਹੀਂ ਸੀ ਪਾਈਆਂ ਹੋਈਆਂ, ਪਰ ਉਹੀ ਜਾਤ ਪਾਤ, ਉਹੀ ਵਿਤਕਰੇ ਪਾ ਕੇ ਅੱਜ ਦੇ ਦਿਨ ਅਸੀਂ ਹਿੰਦੂ ਚਿਹਰਾ ਲੈਣਾ, ਅਸੀਂ ਸਿੱਖ ਚਿਹਰਾ ਲੈਣਾ, ਅਸੀਂ ਫਲਾਣੀ ਜਾਤ ਦਾ ਬਣਾਵਾਂਗੇ, ਅਸੀਂ ਇਹ ਪਾਤ ਦਾ ਬਣਾਵਾਂਗੇ। ਇਹ ਚੀਜ਼ਾਂ ਦਾ ਨਾਲ ਜਿਸ ਤਰੀਕੇ ਅਸਲ ਮੁੱਦਾ ਜਿੱਥੋਂ ਭਟਕਾਇਆ ਜਾ ਰਿਹਾ ਕਿ ਕੁਰਸੀ ਕਿਸਨੇ ਲੈਣੀ ਤੇ ਕਿਸ ਤਰੀਕੇ ਉਲਝਾਣਾ ਆਮ ਪਬਲਿਕ ਨੂੰ ਕਿ ਤੁਸੀਂ ਮੁੱਦੇ ਸਾਰੇ ਭੁਲਾ ਦਿਓ। ਭਾਈ ਤੁਹਾਨੂੰ ਬੇਰੁਜ਼ਗਾਰੀ ਹੈ, ਭੁੱਲ ਹੀ ਜਾਓ। ਤੁਸੀਂ ਡਾਂਗਾ ਖਾਧੀਆਂ ਫਲਾਣੇ ਪਾਰਟੀ ਵੇਲੇ ਵੀ, ਹੁਣ ਦੀ ਪਾਰਟੀ ਵੇਲੇ ਵੀ, ਕੋਈ ਗੱਲ ਨਹੀਂ, ਭੁੱਲ ਜਾਓ। ਤੁਹਾਡੀਆਂ ਖੁਦਕੁਸ਼ੀਆਂ ਹੋ ਰਹੀਆਂ ਸੀ, ਲੋਨ ਦਾ ਕਿਸੇ ਨੇ ਨਹੀਂ ਦੇਖਿਆ, ਕੋਈ ਗੱਲ ਨਹੀਂ, ਸਭ ਕੁਝ ਭੁੱਲ ਜਾਓ। ਤੁਹਾਡੀ ਪੜ੍ਹਾਈ ਮਹਿੰਗੀ ਹੋਈ ਤੁਰੀ ਜਾ ਰਹੀ ਹੈ, ਕੋਈ ਗੱਲ ਨਹੀਂ, ਸਭ ਕੁਝ ਭੁੱਲ ਜਾਓ। ਇਹ ਭੁਲਾਣ ਤੋਂ ਬਾਅਦ ਕੀਤਾ ਕੀ ਜਾ ਰਿਹਾ ਕਿ ਤੁਹਾਡੀ ਕਿੰਨੇ ਨੇ ਜਿਹੜੇ ਪਾਵਰ 'ਚ ਨੇ? ਨਹੀਂ ਨੇ, ਉੱਠੋ, ਸਾਡੀ ਪਾਰਟੀ ਦੇਗੀ। ਯਾਨੀ ਆਮ ਬੰਦਿਆਂ ਨੂੰ ਇਸ ਤਰੀਕੇ ਉਲਝਾ ਦਿੱਤਾ ਕਿ ਉਹ ਸਿਰਫ ਤੇ ਸਿਰਫ ਆਪਣੀ ਜਾਤ, ਆਪਣੀ ਪਾਤ, ਆਪਣੀ ਪਾਵਰ ਤੇ ਉਹ ਮੈਂ ਦੇ ਵਿੱਚ ਹੀ ਕਿ ਅੱਛਾ ਸਾਨੂੰ ਕਿਵੇਂ ਉੱਚਾ ਚੁੱਕਿਆ ਜਾਏਗਾ, ਕਿਹੜੀ ਪਾਰਟੀ ਸਾਨੂੰ ਉੱਚਾ ਚੁੱਕ ਰਹੀ ਹੈ, ਉਸ ਆਧਾਰ ਦੇ ਉੱਤੇ ਇਹ ਸਾਰਾ ਕੁਝ ਲੜਾਈ ਚੱਲ ਰਹੀ ਜੇ ਕਿ ਮੈਂ ਅਗਾਂਹ ਲੰਘ ਜਾਵਾਂ, ਮੈਂ ਉਹ ਫਾਈਨਲ ਹਥਿਆਉਣੀ ਹੈ। ਪਾਵਰ ਦੀ ਗੱਲ ਜੇ ਸਾਰੀ, ਜਿਹਦੇ ਵਿੱਚ ਸੱਚ ਜਾਣੇ ਹੋਏ, ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਪੋਲੀਟੀਕਲ ਮਾਫੀਆ, ਜਿਹਦੇ ਵਿੱਚ ਬੰਦੇ ਦੇਖੋ ਰੱਖੇ ਜਾਂਦੇ ਨੇ ਜਿਹੜੇ ਕਿ ਲੋਕਾਂ ਨੂੰ ਭਰਮਾਉਣ, ਉਹ ਹੋਰ ਮੁੱਦੇ ਜਾਂ ਵੱਖੋ ਵੱਖਰੀਆਂ ਚੀਜ਼ਾਂ ਲਈ, ਤੇ ਉਹ ਟੈਕਸ ਕੌਣ ਦਿੰਦਾ ਜੇ? ਅਸੀਂ ਦਿੰਨੇ ਆ। ਸਾਡੇ ਹੀ ਟੈਕਸ ਵਿੱਚੋਂ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਕਿ ਸਾਨੂੰ ਆਓ ਤੇ ਮੂਰਖ ਬਣਾ ਦਿਓ। ਯਾਨੀ ਕਮਾਲ ਹੋ ਗਿਆ ਕਿ ਪੋਲੀਟੀਕਲ ਪਾਰਟੀਆਂ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ ਸਿਰਫ ਪਾਵਰ ਰਿਟੇਨ ਕਰਨ ਲਈ, ਕੁਰਸੀ। ਇਹਦਾ ਮਤਲਬ ਸਮਝੀਏ, ਉਸ ਕੁਰਸੀ ਚੋਂ ਮਿਲਦਾ ਕੀ ਜੇ? ਆਪਣੇ ਅਹਿਮ ਨੂੰ, ਆਪਣੇ ਮੈਂ ਨੂੰ ਪੱਠੇ ਪੈਂਦੇ ਜੇ। ਆਪ ਦੀ ਇਹਦੇ ਵਿੱਚ ਤੁਸੀਂ ਮਾਫੀਆਜ਼ ਜੋ ਜੁੜੇ ਹੋਏ ਨੇ, ਜੋ ਕਿ ਮੇਰਾ ਖਿਆਲ ਹੈ ਪ੍ਰਿੰਗ ਜੀ ਜੋ ਆਪ ਹੀ ਦੱਸਦੇ ਨੇ ਕਿ ਆ ਵੇਖੋ ਟਰਾਂਸਪੋਰਟ ਮਾਫੀਆ ਜਿਹਦੇ ਵਿੱਚ ਜੋ ਚੱਲ ਰਿਹਾ ਸੀ, ਕੀ ਹੋਇਆ। ਉਹਨਾਂ ਦੀ ਆਪਣੀ ਸਟੇਟਮੈਂਟ ਹੈ। ਫਿਰ ਆਪ ਹੀ ਬੋਲਦੇ ਨੇ ਸਾਰੇ ਕਿ ਰੇਤ ਮਾਫੀਆ ਵੀ ਫਿਰੇ। ਫਿਰ ਸਾਡੇ ਤਾਂ ਐਕਸ ਸੀਐਮ ਸਾਹਿਬ ਖੁੱਲ ਕੇ ਬੋਲੇ ਨੇ ਕਿ ਮੇਰੇ ਬਹੁਤ ਸਾਰੇ ਮੰਤਰੀ ਐਮਐਲਏ ਇਹਨਾਂ ਮਾਫੀਆਜ਼ ਦੇ ਵਿੱਚ ਜੁੜੇ ਹੋਏ ਨੇ, ਜਿਨ੍ਹਾਂ ਦੀ ਮੇਰੇ ਕੋਲ ਲਿਸਟ ਹੈ, ਜੋ ਮੈਂ ਦੱਸਾਂਗਾ ਵੀ, ਲੋਕਾਂ ਦੇ ਸਾਹਮਣੇ ਵੀ ਦਊਂਗਾ। ਤੇ ਯਾਨੀ ਉਹ ਆਪ ਮੰਨੇ ਕਿ ਮੈਂ ਐਕਸ਼ਨ ਨਹੀਂ ਲਿਆ, ਮੇਰੇ ਜਾਣਦੇ ਬੁੱਝਦੇ ਸਭ ਕੰਮ ਚੱਲ ਰਹੇ ਸਨ, ਇਹ ਸਭ ਲਿਪਤ ਨੇ। ਤੇ ਸਿਰਫ ਹੁਣ ਨਹੀਂ, ਇਸ ਤੋਂ ਪਿੱਛੇ ਵੀ ਜੋ ਹੁਣ ਆਪਾਂ ਚੁਫੇਰੇ ਖਬਰਾਂ ਇਹਨਾਂ ਦੇ ਮੂੰਹੋਂ ਹੀ ਵਿਧਾਨ ਸਭਾ ਦੇ ਅੰਦਰ ਸੁਣਦੇ ਆ ਕਿ ਜੇ ਡਰੱਗ ਮਾਫੀਆ ਹੈ ਤਾਂ ਸਾਰੇ ਦਾ ਸਾਰਾ ਉੱਪਰੋਂ ਥੱਲੇ ਤੱਕ ਇੱਕ ਵਿਸ਼ਿਸ਼ ਸਰਕਲ ਬਣ ਚੁੱਕਾ ਹੈ, ਜਿਸ ਚ ਪੁਲਿਸ ਸ਼ਾਮਲ ਨੇ, ਜਿਸ ਚ ਪੁਲਿਸ ਸ਼ਾਮਲ ਹੈ, ਜਿਸ ਚ ਕੁਝ BSF ਦੇ ਬੰਦੇ ਪਹਿਲਾਂ ਫੜੇ ਵੀ ਗਏ ਸਨ, ਸਾਡੀਆਂ ਖਬਰਾਂ ਚ। ਯਾਨੀ ਇਹ ਵਿਸ਼ੇਸ਼ ਸਰਕਲ ਪੂਰਾ ਬਣਾਇਆ ਪਿਆ ਜਿਹੜਾ ਸਾਰੇ ਦਾ ਸਾਰਾ ਪੰਜਾਬੀ ਗੱਭਰੂਆਂ ਨੂੰ ਇੱਕ ਤਰੀਕੇ ਖਤਮ ਕਰਨ ਦੀ ਸਾਜ਼ਿਸ਼ ਬਣੀ ਪਈ ਹੈ, ਸਿਰਫ ਇਸ ਕਾਰਨ ਕਿ ਅਸੀਂ ਆਪਣੇ ਪੈਸੇ ਵਧਾ ਲਈਏ, ਅਸੀਂ ਆਪਣਾ ਰੁਤਬਾ ਵਧਾ ਲਈਏ ਤੇ ਅਸੀਂ ਇਹਨਾਂ ਨੂੰ ਕ੍ਰਸ਼ ਕਰਕੇ, ਇਹਨਾਂ ਦੀ ਸੋਚ ਸਮਝ ਨੂੰ ਖਤਮ ਕਰਕੇ ਅਸੀਂ ਲੰਘ ਜਾਈਏ। ਯਾਨੀ ਅਸੀਂ ਲਾਸ਼ਾਂ ਤਿਆਰ ਕਰ ਰਹੇ ਹਾਂ ਪੰਜਾਬੀ ਨੌਜਵਾਨਾਂ ਦੀਆਂ ਕਿ ਨਸ਼ਿਆਂ 'ਚ ਜਾਓ, ਜਿਹੜੇ ਰਹਿ ਗਏ ਉਹ ਪੋਰਨੋਗ੍ਰਾਫੀ ਵੱਲ ਤੁਰ ਜਾਓ। ਔਰਤਾਂ ਦੀ ਜੋ ਬੇਕਦਰੀ ਹੋ ਰਹੀ ਹੈ, ਮੇਰਾ ਖਿਆਲ ਹੈ ਇਸ ਤੋਂ ਵੱਧ ਕਦੇ ਨਿਗਾਰ ਸੀ ਨਹੀਂ, ਜਿੱਥੇ ਹਰ ਪਾਸ ਚੁੱਕਣਾ ਚਾਹੁੰਦਾ ਪਰ ਉਹਦੀ ਦੱਬੀ ਜਾਂਦੀ ਪਈ ਹੈ, ਉਹਦੇ ਔਰਤ ਨੂੰ ਹੀ ਭੰਡ ਦਿੱਤਾ ਜਾਂਦਾ, ਜਿਸ ਲਈ ਅਫਸੋਸ ਇਹ ਹੈ ਕਿ ਬੰਦੇ ਲਾਏ ਗਏ ਨੇ, ਪੈਸੇ ਜਾਂਦੇ ਨੇ ਕਿ ਤੁਸੀਂ ਸੋਸ਼ਲ ਮੀਡੀਆ ਹੈਂਡਲ ਕਰੋ। ਇੰਨੇ ਹਰ ਪਿੰਡ ਵਿੱਚੋਂ
ਤੇ ਜਿਹੜਾ ਵੀ ਸਾਡੇ ਵਿਰੁੱਧ ਆਵਾਜ਼ ਚੁੱਕਦਾ ਉਹਦੇ ਖਿਲਾਫ ਫੇਸਬੁੱਕ ਟਵਿੱਟਰ ਭਰ ਦਿਓ ਕਿ ਉਹਨਾਂ ਨੂੰ ਬਕਾਇਦਾ ਮਹੀਨੇ ਦੇ ਪੈਸੇ ਦਿੱਤੇ ਜਾਂਦੇ। ਯਾਨੀ ਅਸੀਂ ਇਹ ਤਾਂ ਹੀ ਗੱਲ ਕੀਤਾ ਸੀ ਕਿ ਅਸੀਂ ਗੁੰਡੇ ਵੀ ਨਾਲ ਜੋੜ ਦਿੱਤੇ ਤੇ ਉਹਨਾਂ ਵਿੱਚੋਂ ਹੀ ਸਾਡੀ ਇਸ ਵੇਲੇ ਸੁਪਰੀਮ ਕੋਰਟ ਦੀ ਜੋ ਵਰਸ਼ਨ ਆਂਦੀ ਹੈ ਕਿ ਜਿਹੜੇ ਅਸੈਂਬਲੀਆਂ 'ਚ ਬੈਠੇ ਨੇ ਉਹਨਾਂ ਚੋਂ 60% ਉਹ ਨੇ ਜਿਨ੍ਹਾਂ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਜਿਨ੍ਹਾਂ ਦੇ ਵਿੱਚ ਮਰਡਰ ਤੱਕ ਸ਼ਾਮਲ ਹੈ, ਰੇਪ ਸ਼ਾਮਲ ਨੇ, ਉਧਾਲੇ ਸ਼ਾਮਲ ਇਹ ਜੇ ਸਾਡੀ ਸੁਪਰੀਮ ਕੋਰਟ ਕਹਿ ਰਹੀ ਹੋਵੇ, ਮੈਨੂੰ ਦੱਸੋ ਇਸ ਤੋਂ ਵੱਧ ਕੀ ਰਹਿ ਜਾਂਦਾ ਹੈ। ਪਰ ਗੱਲ ਇਹ ਹੈ ਕਿ ਅਸੀਂ ਮੂਰਖ ਹਾਂ, ਗੁਨਾਹਗਾਰ ਅਸੀਂ ਹਾਂ। ਕੌਣ ਚੁਣ ਕੇ ਭੇਜਦਾ ਉਹਨਾਂ ਨੂੰ? ਕੀ ਮਜਬੂਰੀ ਹੋ ਜਾਂਦੀ ਹੈ? ਮਜਬੂਰੀ ਇਹ ਹੈ ਕਿ ਸਾਡੇ ਕੋਲ ਰੱਖੇ ਹੀ ਦੋ ਬੰਦੇ ਜਾਂਦੇ ਨੇ, ਇੱਕ ਇਸ ਪਾਰਟੀ ਦਾ, ਇਸ ਪਾਰਟੀ ਦਾ। ਇਹਨੇ ਵੀ ਉਹੀ ਕੰਮ ਕੀਤੇ ਨੇ, ਇਹਨੇ ਵੀ ਕੀਤੇ ਨੇ। ਤੁਸੀਂ ਦੇਖ ਲਓ ਜੀ, ਇਹਦਾ 77 ਹੈ ਕਿ ਇਹਦੇ 78 ਹੈ, ਤੇ ਚੁਣ ਲਓ। ਗੱਲ ਸਾਡਾ ਯੂਥ ਨਹੀਂ ਜਾ ਰਿਹਾ ਉਸ ਪਾਸੇ ਜਿੱਥੇ ਉਹਨਾਂ ਦੀ ਜਾਣ ਦੀ ਲੋੜ ਹੈ ਕਿ ਸਾਡਾ ਨੌਜਵਾਨ ਜੋ ਪੀੜ੍ਹੀ ਹੈ ਉਹ ਪੋਲੀਟੀਕਲ ਅਰੀਨਾ ਵਿੱਚ ਵੜੇ, ਉਹ ਅਸਲ ਵਿੱਚ ਚੇਂਜ ਲਿਆ ਸਕੇਗੀ, ਤਾਂ ਕਿ ਅਸੀਂ ਇਹਨਾਂ ਨੂੰ ਵਾਰ-ਵਾਰ ਯਾਨੀ ਕਹਿਣ ਕੁਣਨ ਨਾਲੋਂ ਜੇ ਆਪ ਸਫਾਈ ਕਰਨੀ ਹੈ ਤਾਂ ਇਹਨਾਂ ਨੂੰ ਇਸ ਪਾਸੇ ਵੱਲ ਧਿਆਨ ਕਰਨਾ ਪਏਗਾ ਕਿ ਸਿਰਫ ਅਸੀਂ ਦੌੜ ਕੇ ਕੈਨੇਡਾ ਜਾਂ ਅਮਰੀਕਾ ਹੀ ਨਹੀਂ ਜਾਣਾ, ਅਸੀਂ ਇਸ ਧਿਆਨ ਕਰੀਏ। ਤੁਸੀਂ ਦੇਖੋ ਕਿ ਸਾਡਾ ਪੋਲੀਟੀਕਲ ਕਿਵੇਂ ਡਿਸਕੋਰਸ ਹੈ ਕਿ ਉਹਨਾਂ ਨੇ ਕਾਲਜਸ ਸਕੂਲਸ ਤੱਕ ਦੇ ਵਿੱਚ ਬਣਨ ਹੀ ਨਹੀਂ ਦਿੱਤੀਆਂ ਯੂਨੀਅਨਸ ਕਿ ਕੋਈ ਇੱਥੇ ਹੋਣ, ਕੋਈ ਅੱਗੇ ਨਵੇਂ ਲੀਡਰ, ਕੋਈ ਨੌਜਵਾਨ ਆਣ, ਬਣਨ ਹੀ ਨਹੀਂ ਦਿੱਤੇ, ਹੀ ਨਹੀਂ ਹੋਣ ਦਿੰਦੇ। ਕਾਰਨ ਇਹੀ ਕਿ ਉਹ ਨਹੀਂ ਚਾਹੁੰਦੇ ਕਿ ਯੂਥ ਆਵੇ ਅਗਾਂਹ, ਜਿਨ੍ਹਾਂ ਵਿੱਚ એનર્ਜੀ ਹੈ, ਪਾਵਰ ਹੈ, ਜਿਨ੍ਹਾਂ ਦੇ ਦਿਲ ਵਿੱਚ ਤਮੰਨਾ ਹੈ ਕਿ ਅਸੀਂ ਚੇਂਜ ਲਿਆ ਸਕੀਏ, ਪੰਜਾਬ ਵਿੱਚ ਕੀ ਸਾਡੀਆਂ ਲੋੜਾਂ ਨੇ ਅਸੀਂ ਉਹਨਾਂ ਨੂੰ ਸਮਝਾ ਸਕੀਏ, ਦੱਸ ਸਕੀਏ। ਇਸ ਵਾਸਤੇ ਵਾਕਈ ਹੈ ਤੇ ਪ੍ਰੋਪਰ ਕਲੀਨਿੰਗ ਦੀ ਲੋੜ ਹੈ ਕਿ ਸਾਰਿਆਂ ਨੇ ਟੱਬਰ ਪੂਰੇ ਆਪਣੇ ਵਿੱਚ ਐਡਜਸਟ ਕਰ ਲਏ ਨੇ। ਤੁਸੀਂ ਇੱਕ ਮਾਫੀਆ ਸ਼ਬਦ ਮੈਂ ਕਿਉਂ ਵਰਤਿਆ, ਇੱਕ ਬੜੀ ਧਿਆਨ ਤੇ ਗੌਰ ਕਰਨ ਵਾਲੀ ਗੱਲ ਹੈ ਕਿ ਕਿਉਂ ਇਹ ਫੜੇ ਨਹੀਂ ਜਾਂਦੇ, ਕਿਉਂ ਬੇਲਾਂ ਮਿਲਦੀਆਂ, ਕੀ ਹੁੰਦਾ ਕੀ ਹੈ। ਇੱਕੋ ਹੀ ਜੋ ਟੱਬਰ ਇੱਕ ਪਾਸੇ ਦਾ ਤੇ ਦੂਜੇ ਪਾਸੇ ਦੇ ਟੱਬਰ ਜੋ ਰਾਜ ਕਰਨ ਲਈ ਬੈਠੇ ਨੇ, ਇਹਨਾਂ ਨੇ ਆਪ ਹੀ ਜੱਜ ਲਵਾ ਦਿੱਤੇ ਨੇ, ਆਪਣੇ ਹੀ ਟੌਪ ਦੇ ਵਕੀਲ ਐਡਜਸਟ ਕੀਤੇ ਹੋਏ ਨੇ, ਪੁਲਿਸ ਆਫੀਸਰ ਸੀਨੀਅਰ ਆਪਣੇ ਹੀ ਬਿਠਾਏ ਹੋਏ ਨੇ, ਆਈਏਐਸ ਆਪਣੇ ਰਿਸ਼ਤੇਦਾਰ ਬਣਾ ਦਿੱਤੇ ਨੇ। ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਉਹ ਮੰਤਰੀ ਕਿਵੇਂ ਇਹ ਖਬਰਾਂ ਕਿ ਅੱਜ ਇਹ ਸਰਕਾਰ ਨੇ ਕੀਤਾ, ਦੂਜੀ ਪਾਰਟੀ ਨੂੰ ਖਬਰ 15 ਮਿੰਟ ਵਿੱਚ ਪਹੁੰਚ ਗਈ, ਆ ਤਿਆਰੀ ਹੋ ਰਹੀ ਹੈ, ਇੰਜ ਬਚਾ ਕਰ ਲਓ, ਆ ਜੱਜ ਹੋਏਗਾ, ਆ ਵਕੀਲ ਹੋਏਗਾ, ਯਾਨੀ ਉਹ ਜਿਹਾ ਤਿਆਰ ਕਰ ਦਿੱਤਾ ਜਿਹਦੇ ਵਿੱਚੋਂ ਉਸ ਮੱਕੜ ਜਾਲ ਚੋਂ ਆਮ ਬੰਦਾ ਨਿਕਲ ਹੀ ਨਹੀਂ ਸਕਦਾ। ਬਹੁਤ ਸੋਹਣਾ ਡਾਕਟਰ ਸਾਹਿਬ ਤੁਸੀਂ ਇਲੈਬੋਰੇਟ ਕੀਤਾ। ਆਪਾਂ ਰੁਕਣਾ ਪਿਆ ਇੱਕ ਲਾਸਟ ਬ੍ਰੇਕ ਲਈ, ਉਸ ਤੋਂ ਬਾਅਦ ਆਪਾਂ ਦੁਬਾਰਾ ਆਉਣੇ ਕਰਤਾਰਪੁਰ ਸਾਹਿਬ ਲਾਂਘੇ ਤੇ ਵੀ, ਤੇ ਇੱਕ ਦੋ ਗੱਲਾਂ ਹੋਰ ਆਪਣੀਆਂ ਰਹਿ ਗਈਆਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਸੋਹਣਾ ਇਲੈਬੋਰੇਸ਼ਨ ਕਰ ਰਹੇ ਨੇ ਹਰ ਮੁੱਦੇ ਦੇ ਉੱਤੇ। ਆਪਾਂ ਰੁਕਣਾ ਪਿਆ ਇੱਕ ਛੋਟੀ ਜਿਹੀ ਬ੍ਰੇਕ ਲਈ, ਦੇ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਸਾਡੇ ਨਾਲ ਬਣੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ ਆਪਾਂ ਕਾਫੀ ਗੱਲਾਂ ਕਰ ਲਈਆਂ, ਮੈਂ ਦੁਬਾਰਾ ਵੈਲਕਮ ਬੈਕ ਅਗੇਨ। ਦੁਬਾਰਾ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੁੱਲ੍ਹਿਆ, ਬੜੀ ਖੁਸ਼ੀ ਦੀ ਗੱਲ ਹੈ ਔਰ ਬੜੇ ਮਾਣ ਵਾਲੀ ਗੱਲ ਹੈ। ਕਿਸੇ ਨੇ ਕ੍ਰੈਡਿਟ ਲੈਣਾ ਲੈ ਲਵੇ, ਕੋਈ ਗੱਲ ਨਹੀਂ, ਸਾਨੂੰ ਉਸ ਮੁਕੱਦਸ ਥਾਂ ਦੇ ਦਰਸ਼ਨ, ਸੰਗਤਾਂ ਦੀਆਂ ਭਾਵਨਾ ਜੁੜੀਆਂ ਜਾਣਗੀਆਂ, ਦਰਸ਼ਨ ਕਰਨੀਆਂ। ਔਰ ਸਭ ਤੋਂ ਵੱਡਾ ਮੈਂ ਇਹ ਦੇਖਦਾ ਕਿ ਚਲੋ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਗਏ, ਮਾਣਯੋਗ ਰਾਸ਼ਟਰਪਤੀ ਜੀ ਨੂੰ ਮਿਲੇ, ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ, ਮਾਣਯੋਗ ਗ੍ਰਹਿ ਮੰਤਰੀ ਜੀ ਨੂੰ ਮਿਲੇ, ਚਲੋ ਉਹਨਾਂ ਨੇ ਕਹਿਤਾ ਯਸ, ਬਹੁਤ ਚੰਗੀ ਗੱਲ ਹੈ, ਧੰਨਵਾਦੀਆਂ ਸਿੱਖ ਸੰਗਤ ਕੀ ਸਾਰੀ, ਨਾਨਕ ਨਾਮ ਲੇਵਾ ਸੰਗਤ, ਜਿਸ 'ਚ ਹਿੰਦੂ ਵੀ ਨੇ, ਹੋ ਸਕਦਾ ਮੁਸਲਿਮ ਵੀ, ਸਿੰਧੀ ਪਰਿਵਾਰ, ਸਾਰੇ ਉਹਨਾਂ ਦੇ ਧੰਨਵਾਦੀ। ਉਹਨਾਂ ਨੇ ਗੱਲ ਸੁਣੀ, ਇਸ ਚੀਜ਼ ਨੂੰ ਉਹਨਾਂ ਨੂੰ ਕ੍ਰੈਡਿਟ ਦੇ ਦੇਣਾ ਚਾਹੀਦਾ ਕਿਉਂ ਅਗਲਿਆਂ ਨੇ ਸੁਣਿਆ। ਇਸ ਸੰਦਰਭ ਦੇ ਵਿੱਚ ਇੱਥੇ ਬੈਠੇ ਲੋਕ ਇਹ ਆਸ ਲਾ ਕੇ ਬੈਠੇ ਹੈ ਕਿ ਹੁਣ ਪ੍ਰਧਾਨ ਮੰਤਰੀ ਜੀ ਮਿਹਰ ਵਾਲੀ ਨਿਗਾਹ ਨਾਲ ਦੇਖ ਰਹੇ, ਤੇ ਸ਼ਾਇਦ ਜਿਹੜੇ ਬਾਰਡਰਾਂ 'ਤੇ ਕਿਸਾਨ ਬੈਠੇ, ਮਤਲਬ ਦਿੱਲੀ ਦੇ ਬਾਰਡਰ 'ਤੇ ਅੰਦੋਲਨ ਕਰ ਰਹੇ, ਕਿ ਸ਼ਾਇਦ ਉਹ ਅਗੇਨ, ਮੈਂ ਇਸ ਮੰਚ ਤੋਂ ਬਾਰ-ਬਾਰ ਕਹਿਣਾ ਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਹਰ ਬੰਦੇ ਦੀ ਮੰਨੀ ਜਾਵੇ। ਮੈਂ ਬਾਰ-ਬਾਰ ਇਹ ਕਹਿਣਾ ਹੁੰਦਾ, ਕੋਈ ਵਿਚਲਾ ਰਾਸਤਾ ਨਿਕਲਿਆ ਆਵੇ, ਕੋਈ ਗੱਲਬਾਤ ਕਰਨ, ਉਹਦੇ ਵਿੱਚ ਕਹਿਣ ਕਿ ਚਲੋ ਠੀਕ ਹੈ, ਇੰਨੀ ਆਹ ਗੱਲਾਂ ਤੁਹਾਡੀਆਂ ਮੰਨੀਆਂ, ਇੰਨੀ ਤੁਸੀਂ ਸਾਡੀ ਮੰਨ ਲਓ, ਤੇ ਸਮਝੌਤਾ ਹੋ ਜਾਵੇ ਤਾਂ ਆਪ ਦੇ ਲੋਕ ਘਰਾਂ ਨੂੰ ਜਾਣ। ਲੋਕ ਇਸ ਨਿਗਾਹ ਨਾਲ ਵੀ ਤੇ ਇਸ ਸੋਚ ਨਾਲ ਵੀ ਸੋਚ ਰਹੇ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੋਈ ਪੋਲੀਟੀਕਲ ਮੂਵ ਹੁੰਦੀ ਜੇ, ਸਿਰਫ ਉਦੋਂ ਹੀ ਹੁੰਦੀ ਜੇ ਜਦੋਂ ਉਹਨਾਂ ਨੂੰ ਆਪਣੀ ਪਾਵਰ ਨੇੜੇ ਦਿਸਦੀ ਹੋਵੇ। ਇੱਥੋਂ ਤੱਕ ਧਰਮ ਨੂੰ ਵਰਤਿਆ ਜਾਂਦਾ ਹੈ।
ਤੁਸੀਂ ਧਿਆਨ ਕਰਿਓ, ਕੋਈ ਪਾਰਟੀ, ਮੈਂ ਸਾਰਿਆਂ ਦਾ ਹੀ ਜ਼ਿਕਰ ਕਰ ਰਹੀ ਹਾਂ, ਦੇਖੋ ਹਵਾਈ ਜਹਾਜ਼ਾਂ ਤੇ ਵੀ ਜਾ ਕੇ ਉੱਥੇ ਮਿਲ ਆਏ ਨੇ, ਹੈਲੀਕਾਪਟਰਾਂ ਤੇ ਵੀ ਗਏ ਨੇ, ਅਲੱਗ-ਅਲੱਗ ਥਾਵਾਂ ਦੇ ਧਾਰਮਿਕ ਜੋ ਹੈਗੀਆਂ ਨੇ ਥਾਵਾਂ, ਉਹ ਅਲੱਗ-ਅਲੱਗ ਸੋਚ ਦੇ ਲੋਕਾਂ ਨਾਲ ਜਿਨ੍ਹਾਂ ਦੀ ਮਾਨਤਾ ਹੈ ਉਹਨਾਂ ਥਾਵਾਂ ਤੇ ਸਾਰੀਆਂ A to Z ਸਾਰੀਆਂ ਪਾਰਟੀਆਂ ਦੇ ਮੁਖੀ ਜਾ ਕੇ ਆਏ ਨੇ। ਦਾ ਮਤਲਬ ਆਮ ਬੰਦਾ ਬੜਾ ਸੌਖਿੰਗ ਸਮਝ ਸਕਦਾ ਹੈ ਕਿ ਇਹ ਫਰਮਾਉਣ ਦੇ ਢੰਗ ਜੋ ਕਿ ਇਹਨਾਂ ਨੇ ਆਪਣੇ ਐਡਵਾਈਜ਼ਰਸ ਰੱਖੇ ਹੋਏ ਨੇ, ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਧਾਰਮਿਕ ਭਾਵਨਾਵਾਂ ਨੂੰ ਜੇ ਤੁਸੀਂ ਇਹਨਾਂ ਦੀਆਂ ਲੋਕਾਂ ਨੂੰ ਇੰਟੈਂਗਲ ਕਰ ਸਕਦੇ ਹੋ ਤਾਂ ਇਹ ਤੁਹਾਡੇ ਵੱਲ ਮੁੜ ਆਣਗੇ, ਕਿਉਂਕਿ ਰਿਲੀਜਨ ਇਜ਼ ਦੀ ਓਪੀਅਮ ਆਫ ਮਾਸਸ, ਇਹ ਸਾਨੂੰ ਸ਼ੁਰੂ ਤੋਂ ਪੜਾਇਆ ਹੀ ਗਿਆ। ਉਹੀ ਚੀਜ਼ ਇਸ ਵੇਲੇ ਕੀਤੀ ਜਾ ਰਹੀ ਹੈ ਕਿ ਹੁਣ ਆ ਗਈਆਂ ਨੇ ਚੋਣਾਂ, ਖਿਮਾ ਕਰਿਓ ਬਾਲਾ ਜੀ ਹੈ ਜਾਂ ਜਿਹੜੇ ਵੀ ਮਰਜ਼ੀ ਥਾਂ ਤੇ ਇਹ ਗਏ ਹੋਣ, ਸਾਰੇ ਦੇ ਸਾਰੇ ਸਿਰਫ ਡੂੰਘਾ ਮਕਸਦ ਹੈ ਵੋਟਾਂ, ਇਸ ਤੋਂ ਤਾਂ ਕੁਝ ਨਹੀਂ। ਉਹਨਾਂ ਨੇ ਖੋਲਿਆ ਜੀ ਸਦਕੇ, ਪਰ ਉਸ ਖੁੱਲਣ ਵਾਲੀ ਥਾਂ ਦਾ ਮੈਂ ਅੱਗੇ ਵੀ ਕਿਹਾ ਸੀ, ਉਹ ਕਹਿੰਦੇ ਸੀ ਹਾਜ਼ਰੀ ਤਾਂ ਤੁਹਾਡੀ ਇੱਥੇ ਆਣੀ ਮੰਨੀ ਜਾਣੀ ਜੇ ਜਦੋਂ ਤੁਸੀਂ ਮਿੱਟੀ ਬਣ ਕੇ ਇੱਥੇ ਆਵੋ। ਅੱਤ ਹੀ ਰਣ, ਉਹਨਾਂ ਮਤਲਬ ਜੇ ਦੱਸਿਆ ਵੀ ਕਿਵੇਂ ਜੀਣਾ ਹੈ ਜਾਂ ਕਿਸ ਤਰੀਕੇ ਮੇਰੇ ਥਾਂ ਤੇ ਵੜਨਾ, ਤਾਂ ਜੁੱਤੀਆਂ ਦੀ ਹੇਠਲੀ ਮਿੱਟੀ ਤੱਕ ਬਣ ਕੇ ਉਹ ਫੇਰ ਅੰਦਰ ਵੜਿਓ, ਤਾਂ ਤੁਸੀਂ ਮੈਨੂੰ ਆਪਣੀ ਅਹੁਦਾ ਆਪਣਾ ਨਾਮ ਖਤਮ ਕਰਕੇ। ਤੇ ਤੁਸੀਂ ਦੇਖਦੇ ਵੀ ਪਹੁੰਚ ਰਹੇ ਨੇ ਸਾਰੇ, ਆਪਣੇ ਨਾਲ ਮੀਡੀਆ ਦੇ ਲੋਕ ਲੈ ਕੇ ਜਾ ਰਹੇ ਨੇ, ਵੱਡੇ ਵੱਡੇ ਅਡੰਬਰ ਰਚੇ ਜਾਂਦੇ ਨੇ, ਅਸੀਂ ਜਾ ਰਹੇ ਹਾਂ, ਅਸੀਂ ਪਹੁੰਚ ਰਹੇ ਹਾਂ, ਅਸੀਂ ਵੇਖੋ ਆ ਕਿਆ। ਇਹ ਸਾਰਾ ਕੁਝ ਸਿਰਫ ਤੇ ਸਿਰਫ ਫਰਮਾਉਣ ਦਾ ਢੰਗ ਹੈ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਹਨਾਂ ਨਾਲ ਛੇੜਖਾਨੀ ਕਰਕੇ ਅਸੀਂ ਆਪਣੀਆਂ ਵੋਟਾਂ ਬਟੋਰ ਸਕੀਏ। ਹੁਣ ਇਸ ਵਿੱਚ ਜੋ ਦਿਸਦਾ ਪਿਆ ਕਿ ਇਸ ਵੇਲੇ ਬੇਸ ਨਹੀਂ ਸੀ ਪੰਜਾਬ ਦੇ ਅੰਦਰ, ਬਹੁਤ ਗੁੱਸਾ ਸੀ, ਸੋ ਉਹਨਾਂ ਨੇ ਇੱਕ ਅੜੀ ਜੋ ਫੜੀ ਹੋਈ ਹੈ ਕਿ ਅਸੀਂ ਤਾਂ ਛੱਡਣਾ ਹੀ ਨਹੀਂ, ਅਸੀਂ ਇਹਨਾਂ ਨਾਲ ਨਹੀਂ ਮੰਨਣਾ, ਕਿਸਾਨਾਂ ਨੂੰ ਇਸੇ ਤਰ੍ਹਾਂ ਹੀ ਰੋਲਣਾ, ਤਾਂ ਉਹਨਾਂ ਨੇ ਇੱਕ ਵੱਖ ਰਾਹ ਅਪਣਾਇਆ ਕਿ ਇਸ ਤਰੀਕੇ ਲਈ, ਜਦ ਕਿ ਇਹਨੂੰ ਇਸ ਵੇਲੇ ਸਹੀ ਮਾਇਨਿਆਂ 'ਚ ਜੇ ਤੁਸੀਂ ਧਿਆਨ ਕਰੋ ਤਾਂ ਸਾਰੀ ਦੁਨੀਆ ਖੁੱਲ ਚੁੱਕੀ ਹੈ, ਤਾਂ ਸਿਰਫ ਇਸ ਲਾਂਘੇ ਨੂੰ ਰੋਕਣ ਦੇ ਲਈ, ਜਿਸ ਲਈ ਕਿੰਨੇ ਚਿਰਾਂ ਤੋਂ ਗੱਲ ਹੋ ਰਹੀ ਹੈ, ਪਾਕਿਸਤਾਨ ਵੱਲੋਂ ਵੀ ਹਾਮੀ ਹੋ ਗਈ ਕਿ ਸਾਡੇ ਵੱਲੋਂ ਖੁੱਲਿਆ, ਇਹ ਸਗੋਂ ਬਦਲਣ ਦਾ ਕਾਰਨ ਬਣ ਜਾਣਾ ਸੀ, ਮਜਬੂਰੀ ਵਿੱਚ ਖੋਲਣਾ ਪਿਆ, ਕੋਈ ਧਾਰਮਿਕ ਭਾਵਨਾਵਾਂ ਨਹੀਂ ਸਨ, ਮਜਬੂਰੀ ਆ ਗਈ ਸੀ ਕਿ ਕੀ ਜਵਾਬ ਦੇਵਾਂਗੇ, ਸਾਰੀ ਦੁਨੀਆ ਖੁੱਲ ਗਈ, ਇੱਕੋ ਹੀ ਲਾਂਘਾ ਰੋਕਿਆ ਗਿਆ, ਤੇ ਉਹ ਰੋਕਿਆ ਵੀ ਜਿਹੜਾ ਜਿਸ ਸਮੇਂ ਖੋਲਿਆ ਗਿਆ ਉਹ ਸਿਰਫ ਇਹੀ ਸੀ ਕਿ ਇਹ ਸਿੱਖ ਧਰਮ ਨਾਲ ਜੁੜੇ ਉਹਨਾਂ ਦੀਆਂ ਭਾਵਨਾਵਾਂ ਆਪਣੇ ਵੱਲ ਨੂੰ ਮੋੜ ਲਈਆਂ ਜਾਣ। ਉਹੀ ਚੀਜ਼ ਹੁਣ ਹੋਣੀ ਜੇ ਕਿਸਾਨ ਜੋ ਇਸ ਵੇਲੇ ਕਿਸਾਨਾਂ ਨਾਲ ਕੀਤਾ ਜਾ ਰਿਹਾ, ਜੇ ਹੁਣ ਇਹ ਆਬਜ਼ਰਵਰਸ, ਪੋਲੀਟੀਕਲ ਆਬਜ਼ਰਵਰਸ ਇਹਨਾਂ ਨੂੰ ਦੱਸਣਗੇ ਕਿ ਲੋਕ ਤੁਹਾਡੇ ਵੱਲ ਟਰਨ ਹੋਣੇ ਸ਼ੁਰੂ ਹੋਏ ਨੇ, ਪੋਜ਼ਿਟਿਵਿਟੀ ਆ ਰਹੀ, ਫੇਰ ਤਾਂ ਕੁਝ ਨਹੀਂ ਜੇ ਹੋਣਾ ਕਿਸਾਨਾਂ ਦਾ, ਫੇਰ ਉਹਨਾਂ ਨੇ ਇਸੇ ਤਰ੍ਹਾਂ ਹੀ ਕਹਿਣਾ ਕਿ ਏਦਾਂ ਦੀਆਂ ਹੀ 2-3 ਹੋਰ ਧਾਰਮਿਕ ਭਾਵਨਾਵਾਂ ਵੱਲੋਂ ਅਸੀਂ ਇਹਨਾਂ ਨੂੰ ਮੋੜ ਕੇ ਤੇ ਅਸੀਂ ਆਪਣੀ ਬੇਸ ਪੱਕੀ ਕਰ ਲਵਾਂਗੇ। ਤੇ ਜੇ ਕਹੀਂ ਹੁਣ ਵੋਟਾਂ ਜਾ ਰਹੀਆਂ ਨੇ ਜੋ ਕਿ ਮੇਨ ਉਹਨਾਂ ਦਾ ਯੂਪੀ ਉੱਤੇ ਜ਼ੋਰ ਹੈ, ਤੇ ਜੇ ਯੂਪੀ ਇਸ ਵੇਲੇ ਜਿੱਤ ਜਾਂਦੀ ਹੈ ਇਹਨਾਂ ਦੇ ਦੁਬਾਰਾ ਭਾਜਪਾ, ਤਾਂ ਫਿਰ ਕਿਸਾਨਾਂ ਦਾ ਕੱਖ ਵੀ ਨਹੀਂ ਇਹ ਕਰਨ ਲੱਗੇ, ਫਿਰ ਉਹਨਾਂ ਨੂੰ ਦੁਬਾਰਾ ਪਾਵਰ ਵਿੱਚ ਆਉਣ ਦਾ ਮਤਲਬ ਹੋਏਗਾ ਕਿ ਕ੍ਰਸ਼ ਕਰੋ ਤੇ ਰਾਜ ਕਰੋ। ਤਾਂ ਜੇ ਵੋਟਾਂ ਵਿੱਚ ਹਾਰ ਦਿਸੇਗੀ ਤਾਂ ਹੀ ਕੋਈ ਪੋਜ਼ਿਟਿਵ ਆਊਟਕਮ ਦਿਸੇਗਾ, ਵਰਨਾ ਇਹ ਇਸੇ ਤਰ੍ਹਾਂ ਹੀ ਤੁਰਿਆ ਜਾਣਾ, ਸਿਰਫ ਤੇ ਸਿਰਫ ਪੋਲੀਟੀਕਲ ਇਹਦੇ ਵਿੱਚ ਫਾਇਦਾ ਹੀ ਦੇਖਿਆ ਜਾਂਦਾ ਜਿੰਨੇ ਵੀ ਸੰਘਰਸ਼ ਹੁੰਦੇ। ਜੀ ਜੀ ਡਾਕਟਰ ਸਾਹਿਬ, ਤੁਸੀਂ ਐਲੈਬੋਰੇਸ਼ਨ ਬਹੁਤ ਸੋਹਣਾ ਕੀਤਾ। ਆਪਾਂ ਚਾਹੁੰਦੇ ਹਾਂ ਵੀ ਕੋਈ ਵਿਚਲਾ ਰਸਤਾ ਨਿਕਲਿਆ ਹੋਵੇ। ਉਸ ਤੋਂ ਬਾਅਦ ਸਦੀਆਂ ਤੋਂ ਜਿਹੜੀ ਰਾਜਨੀਤੀ ਹੈ ਉਹ ਚੱਲਦੀ ਆਈ, ਰਾਜੇ ਮਹਾਰਾਜਿਆਂ ਦੇ ਟਾਈਮ ਵੀ ਹਰੇਕ ਕੋਈ ਕਰਦਾ ਕਿ ਮੈਂ ਕਾਮਯਾਬੀ ਨਾਲ ਕਿਸੇ ਤਖਤ 'ਤੇ ਕਿੰਨਾ ਚਿਰ ਬੈਠਾ ਰਹਾਂ। ਅਗੇਨ ਜਿਹੜੀ ਮੇਨ ਇਸ਼ੂਜ਼ ਖੜ੍ਹੇ ਹੋ ਜਾਂਦੇ ਨੇ, ਜਿੱਦਾਂ ਹੁਣ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਹਦਾ ਕੋਈ ਰਾਹ ਲੱਭ ਲੈਣਾ ਚਾਹੀਦਾ। ਇਹ ਵੀ ਜਿਹੜੀਆਂ ਸਰਕਾਰਾਂ ਮਾਈ ਬਾਪ ਹੁੰਦੀਆਂ, ਉਹਨਾਂ ਦਾ ਹੀ ਫਰਜ਼ ਹੁੰਦਾ ਕਿ ਜੇ ਕੋਈ ਅਗਰੀਮੈਂਟ ਡਿਸਐਗਰੀਮੈਂਟ ਹੋਏ ਹੈ ਤਾਂ ਸਾਡਾ ਹੀ ਫਰਜ਼ ਹੈ ਕਿ ਉਹਨੂੰ ਕਿੱਦਾਂ ਅਸੀਂ ਸ਼ਾਂਤ ਕਰੀਏ, ਕਿੱਦਾਂ ਕੋਈ ਵਿਚਾਲੜਾ ਰਾਹ ਨਿਕਲ ਕੇ ਅਗਲਿਆਂ ਨੂੰ ਵੀ ਭਰੋਸੇ 'ਚ ਲਿਆ ਜਾਵੇ। ਅਗੇਨ ਡਾਕਟਰ ਸਾਹਿਬ, ਮੈਂ ਨਾ ਨਸ਼ਿਆਂ ਵਾਲੇ ਮੁੱਦੇ 'ਤੇ ਇੱਕ ਵਾਰ ਤੁਹਾਨੂੰ ਦੁਬਾਰਾ ਲਿਆਉਣਾ ਚਾਹੁੰਦਾ ਹਾਂ। ਔਰ ਮੈਂ ਜਿੱਦਾਂ ਪੁਰਾਣੇ ਬਜ਼ੁਰਗ ਵੀ ਕਹਿੰਦੇ, ਔਰ ਤੁਸੀਂ ਵੀ ਦੇਖਿਆ ਹੋਣਾ, ਜੇ ਗੁਆਂਢੀ ਦੇ ਘਰੇ ਅੱਗ ਲੱਗੀ ਹੈ ਨਾ ਤਾਂ ਆਪਦੇ ਆਪ ਨੂੰ ਸੁਰੱਖਿਅਤ ਨਾ ਸਮਝੋ, ਮਜ਼ਾਕ ਨਾ ਉਡਾਓ। ਇਹ ਸੋਚੋ ਕਿ ਹਨੇਰੇ ਸਵੇਰੇ
ਉਹ ਜਿਹੜੀਆਂ ਲਪਟਾਂ ਆ ਉਹ ਤੁਹਾਡੇ ਘਰ ਨੂੰ ਵੀ ਆਉਣਗੀਆਂ। ਮੈਂ ਐਗਜ਼ਾਮਪਲ ਦਿੰਦਾ ਹੁੰਦਾ ਕਿ ਆਪਾਂ ਕਹਿ ਦਿੰਦੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ, ਸਾਰੇ ਆਲੇ ਦੁਆਲੇ ਵਾਲੇ ਦੇਖਦੇ ਹੋਣਗੇ, ਕਹਿੰਦੇ ਹੋਣੇ ਚਲੋ ਕੋਈ ਗੱਲ ਨਹੀਂ। ਹੁਣ ਹਾਲਾਤ ਸਾਡੇ ਗੰਗਾਨਗਰ ਡਿਸਟ੍ਰਿਕਟ ਦੇ ਵੀ ਮਾੜੇ ਹੈ। ਜਿਹੜਾ ਏਰੀਆ ਹਰਿਆਣੇ ਪੰਜਾਬ ਦਾ ਏਰੀਆ ਹਰਿਆਣੇ ਨਾਲ ਲੱਗਦਾ, ਹਰਿਆਣਾ ਦੇ ਡਿਸਟ੍ਰਿਕਟਸ ਖਾਸ ਕਰਕੇ ਜੋ ਸਾਡੇ ਨਾਲ ਸਿਰਸਾ ਲੱਗਦਾ ਪਰੇ ਇੱਧਰ ਕਰਨਾਲ ਜੋ ਵੀ ਲੱਗਦਾ ਆ, ਉੱਥੇ ਵੀ ਹਾਲਾਤ ਵਿਗੜ ਰਹੇ ਨੇ ਨਸ਼ੇ ਦਾ ਕਰਕੇ, ਉਹ ਵੀ ਵਿਚਾਰੇ ਬੌੜੀ ਕਰ ਰਹੇ ਨੇ। ਉਸ ਸੰਦਰਭ ਦੇ ਵਿੱਚ ਮੇਰਾ ਕੁਐਸਚਨ ਹੈ, ਅੱਜ ਲੁਧਿਆਣੇ ਦੇ ਵਿੱਚ ਕੋਈ ਨਸ਼ਾ ਛਡਾਊ ਕੇਂਦਰ ਹੈ, ਉਹਦੇ ਵਿੱਚੋਂ 13-14 ਜਣੇ ਭੱਜ ਗਏ, 13 ਜਣਿਆਂ ਦੀ ਨਿਊਜ਼ ਹੈ। ਭੱਜ ਕੇ ਉਹ ਕਿਤੇ ਨਹੀਂ ਗਏ, ਉਹ ਗਏ ਹਸਪੀਟਲ, ਪਤਾ ਨਹੀਂ ਕਿਹੜੇ ਹਸਪੀਟਲ ਗਏ ਹੋਣਗੇ। ਤੇ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਵੀ ਸੱਦੀ। ਤਾਂ ਇਹਦਾ ਮਤਲਬ ਹਾਲੇ ਸਭ ਕੁਝ ਠੀਕ ਸੀਗਾ, ਜਿਹੜਾ ਉਹਨਾਂ ਨੂੰ ਇਹ ਪਤਾ ਸੀਗਾ ਕਿ ਅਸੀਂ ਹਸਪੀਟਲ ਜਾਣਾ ਹੈ, ਸਾਨੂੰ ਕੋਈ ਹੈਲਪ ਮਿਲ ਜੂਗੀ ਉੱਥੋਂ। ਔਰ ਉੱਥੇ ਜਾ ਕੇ ਉਹਨਾਂ ਨੇ ਲੋਕਾਂ ਤੋਂ ਦਵਾਈ ਪਾਈ, ਜਿੱਥੇ ਜੋ ਪ੍ਰੈਸ ਵੀ ਉੱਥੇ ਕੋਈ ਆਇਆ ਹੋਊਗਾ ਜਿਹਨੇ ਪੂਰਾ ਰਿਕਾਰਡ ਕੀਤਾ, ਉਹ ਕਹਿੰਦੇ ਕਿ ਸਾਡਾ ਜਿਹੜਾ ਹਾਲਾਤ ਹੈ ਅਸੀਂ ਸੁਧਰਨਾ ਚਾਹੁੰਦੇ, ਪਰ ਸਾਨੂੰ ਉੱਥੇ ਹੋਰ ਜਿਹੜਾ ਹੈ ਥੱਲੇ ਨੂੰ ਸੱਟਿਆ ਜਾ ਰਿਹਾ, ਸਾਡਾ ਟਾਈਮ ਦਾ ਫੂਡ ਦਾ, ਉਹ ਕਹਿੰਦੇ ਸੀ ਖਾਸ ਕਰਕੇ ਜਾਨਵਰਾਂ ਵਰਗਾ ਬਿਹੇਵ ਸਾਡੇ ਨਾਲ ਕੀਤਾ ਜਾਂਦਾ ਹੈ। ਫਿਰ ਮੇਰਾ ਖਿਆਲ ਨਹੀਂ ਕਿ ਆਪਾਂ ਚਾਹੇ ਸਾਰਾ ਪੰਜਾਬ ਜਾਂ ਪੂਰਾ ਇੰਡੀਆ BSF ਨੂੰ ਦੇ ਦਈਏ, ਜੇ ਜਿਹੜੇ ਬਾੜੀ ਖੇਤ ਨੂੰ ਖਾਣ ਲੱਗ ਪਏ ਤਾਂ ਫਿਰ ਮੇਰੇ ਖਿਆਲ ਨਹੀਂ ਕਿ ਉਹ ਸੁਧਾਰ ਦੀ ਕੋਈ ਗੁੰਜਾਇਸ਼ ਰਹਿ ਜਾਂਦੀ। ਤੁਸੀਂ ਕੀ ਕਹਿਣਾ ਚਾਹੋਗੇ? ਔਰ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਸਾਰੇ ਨਸ਼ਾ ਕੇਂਦਰ ਇਦਾਂ ਦੇ ਨਹੀਂ ਹੋਣਗੇ, ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਆਸ ਦੀ ਕਿਰਨ ਸਦਾ ਜ਼ਿੰਦੀ ਰਹਿੰਦੀ ਹੈ। ਕੀ ਕਹਿਣਾ ਚਾਹੋਗੇ ਜੀ? ਜੀ ਬਿਲਕੁਲ, ਅਸੀਂ ਸਮੂਹ ਸਾਰੇ ਇਹ ਯਾਨੀ ਨਾ ਇੱਕ ਪਾਰਟੀ ਤੇ ਨਾ ਇੱਕ ਕੋਈ ਕਿਸੇ ਵੀ ਮਤਲਬ ਪੂਰੇ ਡਾਕਟਰ ਜਾਂ ਪੂਰੇ ਇੰਜੀਨੀਅਰ ਜਾਂ ਪੂਰੇ ਦੇ ਪੂਰੇ ਇੱਕ ਕੁਨਬੇ ਉੱਤੇ ਨਹੀਂ ਇਹ ਸਾਰਾ ਅਸੀਂ ਦੋਸ਼ ਜ਼ਰੂਰ, ਪਰ ਮਾੜੀਆਂ ਮੱਛੀਆਂ ਹੁੰਦੀਆਂ ਨੇ ਜੋ ਤਲਾਬ ਸਾਰਾ ਹੀ ਗੰਦਾ ਕਰ ਦਿੰਦੀਆਂ ਨੇ। ਇਹੀ ਕਾਰਨ ਹੈ ਕਿ ਸਾਡੇ ਕੋਲ ਖਬਰਾਂ ਨਿਕਲੀਆਂ ਵੀ ਸਨ, ਇਹ ਖਬਰਾਂ ਛਪੀਆਂ ਵੀ ਸਨ ਕਿ ਬਹੁਤ ਸਾਰੇ ਨਸ਼ਾ ਛਡਾਊ ਕੇਂਦਰ ਦਰਅਸਲ ਨਸ਼ਾ ਲਗਾਊ ਕੇਂਦਰ ਨੇ, ਜਿਨ੍ਹਾਂ ਵਿੱਚ 2.5 ਲੱਖ ਰੁਪਇਆ ਤੱਕ ਲੈ ਕੇ ਐਡਮਿਸ਼ਨ ਐਡਵਾਂਸ ਵਿੱਚ ਲੈ ਕੇ ਦਿੱਤੀ ਜਾਂਦੀ, ਤੇ ਉੱਥੇ ਸਗੋਂ ਇਹਨਾਂ ਨੂੰ ਨਸ਼ਾ ਪ੍ਰੋਵਾਈਡ ਕੀਤਾ ਜਾਂਦਾ। ਇਹੋ ਜਿਹੀਆਂ ਖਬਰਾਂ ਛਪੀਆਂ ਸੀ, ਮੈਂ ਆਪ ਨਹੀਂ ਇਹੋ ਜਿਹੇ ਥਾਂ ਵੇਖੇ। ਬੜਿਆਂ ਦੀਆਂ ਇੰਟਰਵਿਊਜ਼ ਵੀ ਜੋ ਲੀਕ ਹੋਈਆਂ WhatsApp ਰਾਹੀਂ ਜਾਂ ਹੋਰ ਥਾਈਂ ਪਹੁੰਚੀਆਂ, ਉਹਨਾਂ ਤੋਂ ਇਹ ਪਤਾ ਲੱਗਿਆ, ਛਪੀਆਂ ਵੀ ਖਬਰਾਂ ਕਿ ਇਸ ਤਰੀਕੇ ਦਾ ਬਣ ਰਿਹਾ। ਸਿਰਫ ਇੱਕ ਕੇਸ ਸੀ ਜੋ ਸਾਡੇ ਨਜ਼ਰੀ ਆਇਆ, ਜੋ ਰਜਿੰਦਰਾ ਪਹੁੰਚਿਆ ਲੈਣਾ ਚਾਹੁੰਦੀ ਉਸ ਕੇਂਦਰ ਦਾ, ਕਿ ਉੱਥੇ ਇਸੇ ਤਰ੍ਹਾਂ ਹੀ ਉਹਨੇ ਕਿਹਾ ਵੀ ਐਡਵਾਂਸ 'ਚ 1.5 ਲੱਖ ਰੁਪਇਆ ਜਮ੍ਹਾਂ ਕਰਾਇਆ ਗਿਆ ਤੇ ਫਿਰ ਉਸ ਤੋਂ ਉਹਨੂੰ ਨਸ਼ਾ ਉੱਥੇ ਅੰਦਰ ਮਿਲ ਜਾਂਦਾ ਸੀ। ਯਾਨੀ ਉਹਨੇ ਵੀ ਇਹੋ ਜਿਹੀ ਹੀ ਗੱਲ ਦੱਸੀ ਕਿ ਸਾਨੂੰ ਬੰਨ ਦਿੱਤਾ ਜਾਂਦਾ, ਬੜਾ ਅਣਮਨੁੱਖੀ ਵਿਹਾਰ ਕੀਤਾ ਜਾਂਦਾ, ਨਹੀਂ ਖਾਣਾ ਵਕਤ ਸਿਰ ਦਿੱਤਾ ਜਾਂਦਾ, ਤੇ ਜਦੋਂ ਤੋੜ ਲੱਗੇ ਇਸ ਤਰ੍ਹਾਂ, ਯਾਨੀ ਉਹਦੇ ਉਹੀ ਜਿਹਾ ਹੀ ਸੀ ਜੋ ਤੁਸੀਂ ਸੁਣੀਆਂ, ਇਹੋ ਜਿਹੇ ਹੀ ਸਾਰੇ ਦੇ ਸਾਰੇ ਸੁਣਨ ਨੂੰ ਮਿਲੇ। ਨੇ ਚੰਗੇ ਨਸ਼ਾ ਛਡਾਊ ਕੇਂਦਰ, ਪਰ ਇਹਨਾਂ ਉੱਤੇ ਜਿਹੜੀ ਸਿਉਂਕ ਲੱਗੀ ਬਾਬੂਸ਼ਾਹੀ ਹੈ, ਉਹਨਾਂ ਦਾ ਕੰਮ ਹੁੰਦਾ ਹੈ ਕਿ ਉਹ ਦੇਖਣ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਚੀਜ਼ਾਂ ਜੋ ਚੱਲ ਰਹੀਆਂ ਨੇ ਕੀ ਸਹੀ ਹੈ ਜਾਂ ਨਹੀਂ ਹੈ। ਜ਼ਿੰਮੇਵਾਰੀ ਕੇ ਏਸੀ ਕਮਰਿਆਂ 'ਚ ਸਿਰਫ ਬੈਠੇ ਨੇ। ਜੇ ਇੱਕ ਵੀ ਇਹੋ ਜਿਹਾ ਲਟਕਾ ਦਿੱਤਾ ਹੁੰਦਾ ਕੋਈ ਸੈਂਟਰ, ਤਾਂ ਬਾਕੀ ਸੈਂਟਰਾਂ ਦੇ ਕੰਨ ਹੋ ਜਾਣੇ ਸੀ ਕਿ ਇਹ ਕੰਮ ਨਹੀਂ ਕਰਨਾ। ਪਰ ਸਾਡੀ ਚੈਕਿੰਗ ਜਿਹੜੀ ਕੰਮ ਉਹ ਨਦਾਰਦ ਹੈ। ਅਸੀਂ ਸਿਰਫ ਸੀਮਤ, ਅੱਛਾ ਸਾਡੇ ਘਰ ਪੈਸੇ ਪਹੁੰਚ ਗਏ ਤਾਂ ਠੀਕ ਹੈ, ਅਸੀਂ ਠੀਕ ਆ, ਸਾਨੂੰ ਦੀ ਲੋੜ ਹੀ ਨਹੀਂ। ਤੋ ਇਹ ਜਿਹੜਾ ਸਾਡਾ ਕਿਰਦਾਰ ਹੌਲੀ ਹੌਲੀ ਡਿੱਗੀ ਜਾਂਦਾ ਹੈ, ਉਹਦੇ ਵਿੱਚ ਵੀ ਮੈਂ ਸਲੂਟ ਕਰਦੀ ਹਾਂ ਕੁਝ ਸਾਡੇ ਬਾਬੂਸ਼ਾਹੀ ਵਿੱਚ ਹੀ ਅਫਸਰ ਨੇ ਜਿਨ੍ਹਾਂ ਨੇ ਬਾ ਕਮਾਲ ਪ੍ਰੋਗਰੈਸ ਵੀ ਕਰਵਾਈ, ਬੜੀ ਕਮਾਲ ਦੀ ਪੋਜ਼ਿਟਿਵਿਟੀ ਵੀ ਲੈ ਕੇ ਆਏ, ਜੋ ਸਾਡੇ ਇੱਥੇ ਪਟਿਆਲੇ ਵਿੱਚ ਵੀ। ਐਂਡ ਕੁਛ ਇਹੋ ਜਿਹੇ ਜਿਨ੍ਹਾਂ ਦਾ ਚੋਂ ਮੈਂ ਇੱਕ ਦਾ ਜ਼ਿਕਰ ਵੀ ਕਰਨਾ ਚਾਹਾਂਗੀ, ਜਿਨ੍ਹਾਂ ਨੇ GK ਸਿੰਘ ਵਰਗੇ, ਜਿਨ੍ਹਾਂ ਨੇ ਯਾਨੀ ਜਾਂ ਇਹਨਾਂ ਵਰਗੇ ਹੋਰ ਵੀ ਨੇ ਜਿਹੜੇ ਸਗੋਂ ਨਾ ਸਿਰਫ ਰਾਈਟਰ ਨੇ ਬਲਕਿ ਬੜੇ ਡਿਸੈਂਟ ਵੇ ਨਾਲ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਬੜੀ ਸੋਹਣਾ ਕੰਮ ਕਰਕੇ ਉੱਥੇ ਸਾਰਾ ਦਿਖਾ ਗਏ ਨੇ ਕਿ ਕਿਸ ਤਰੀਕੇ ਕੋਈ ਇੱਕ IAS ਆਫਿਸਰ ਤਬਦੀਲੀ ਲਿਆ ਸਕਦਾ। ਸਿੱਧੂ ਸਾਹਿਬ ਜਿਵੇਂ ਸੰਗਰੂਰ 'ਚ ਹਰਕੇਸ਼ ਸਿੱਧੂ ਜੀ, ਇਹੋ ਜਿਹੇ ਬੜੇ ਨਾਮੀ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਦੇ ਤੁਰ ਜਾਣ ਬਾਅਦ ਵੀ ਲੋਕ ਯਾਦ ਕਰਦੇ ਨੇ। ਜੀ ਜੀ ਜੀ। ਪਾਸੇ ਜਿਵੇਂ ਮੈਂ ਜ਼ਿਕਰ ਕੀਤਾ ਸੀ, ਕੁਝ ਮੱਛੀਆਂ ਜਿਨ੍ਹਾਂ ਦੇ ਵਿੱਚੋਂ ਕੁਝ ਨੇ ਜਿਹੜੇ ਆਪਣੇ ਬੱਚਿਆਂ ਨੂੰ ਐਡਜਸਟ ਕਰਨ ਦੇ ਚੱਕਰ ਵਿੱਚ ਕਿਸੇ ਦਾ ਹੱਕ ਵੀ ਮਾਰ ਜਾਂਦੇ ਨੇ, ਜਾਂ ਫਿਰ ਉਹ ਗਲਤ ਤਰੀਕੇ
ਮਾਇਆ ਇਕੱਠੀ ਕਰਨ ਵਾਲੀ ਤੁਰੇ ਰਹਿੰਦੇ ਨੇ, ਉਹ ਇਹੋ ਜਿਹੇ ਸੈਂਟਰਾਂ ਨੂੰ ਸਗੋਂ ਵਧਾਵਾ ਦੇ ਰਹੇ ਨੇ। ਇਹ ਵਾਕਈ ਬੜੀ ਸ਼ਰਮਿੰਦਗੀ ਦੀ ਗੱਲ ਹੈ। ਪਰ ਇੱਕ ਹੋਰ ਚੀਜ਼ ਦੱਸ ਦਿਆਂ, ਹੂੰ ਕਿਹਾ ਜਾਂਦਾ ਹੈ, ਦਾਵਾ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਕਿ ਅਸੀਂ ਆਪਣਾ ਯਾਨੀ ਨਸ਼ੇ ਦਾ ਕਾਰੋਬਾਰ ਬੰਦ ਕਰਨਾ ਹੈ। ਇਹਨਾਂ ਨੂੰ ਅੰਦਾਜ਼ਾ ਹੈ ਵੀ ਲੋਕ ਆਪਣੇ ਆਪਣੇ ਇਲਾਕਿਆਂ ਚੋਂ ਵੀਡੀਓਜ਼ ਬਣਾ ਬਣਾ ਭੇਜ ਰਹੇ ਨੇ ਕਿ ਇੱਕ ਮਿਸਡ ਕਾਲ ਮਾਰਨੀ ਜੇ, ਹੂੰ ਜਿਹਦੇ ਨਾਲ ਘਰ ਦੇ ਵਿੱਚ ਜਿਵੇਂ ਜ਼ੋਮੈਟੋ ਆਂਦਾ ਇਸ ਤਰ੍ਹਾਂ ਨਸ਼ਾ ਸਪਲਾਈ ਹੋ ਰਿਹਾ। ਉਹ ਜਾ ਰਹੀਆਂ ਨੇ ਤੇ ਪਤਾ ਹੈ ਉੱਥੋਂ ਦੇ ਸਾਰੇ ਪੁਲਿਸ ਆਫੀਸਰਸ ਨੂੰ, ਪਰ ਕੋਈ ਵੀ ਰੋਕ ਨਹੀਂ ਰਿਹਾ। ਜਦੋਂ ਸਿਰਫ ਗੱਲ ਕੀ ਅੱਛਾ ਅੱਛਾ ਦੂਜੀ ਪਾਰਟੀ ਦਾ ਬੰਦਾ ਇਹ ਹੈ, ਚਲੋ ਉਹਨੂੰ ਤਾਂ ਫੜ ਕੇ ਦਿਖਾ ਦਿੰਨੇ ਆ, ਇਹ ਕਰ ਲਿਆ। ਪਰ ਜਦੋਂ ਸਾਡੀ ਪਾਰਟੀ ਦੇ ਵਿੱਚ ਕਰ ਰਹੇ ਨੇ, ਉਦੋਂ ਅੱਖਾਂ ਬੰਦ ਕਰ ਲਈਆਂ ਜਾਂਦੀਆਂ। ਜੀ ਸੋ ਜੀ ਇਹ ਜਿਸ ਇਸ ਵੇਲੇ ਨਸ਼ਾ ਹੋਸਟਲਾਂ ਵਿੱਚ, ਸਕੂਲਾਂ ਦੇ ਬੱਚਿਆਂ ਦੇ ਟਿਫਨਾਂ ਰਾਹੀਂ, ਜਾਂ ਜਿਸ ਤਰੀਕੇ ਔਰਤਾਂ ਜੋ ਨੌਜਵਾਨ ਬੱਚੀਆਂ, ਔਰਤਾਂ ਵੀ ਨਹੀਂ, ਜੋ ਕਿ ਨਾਬਾਲਗ ਬੱਚੀਆਂ ਦੇ ਰਾਹੀਂ ਹੂੰ ਸੀਵਰੇਜ ਦੇ ਵਿੱਚੋਂ ਦੀ ਲੰਘਾ ਕੇ ਉਹਨਾਂ ਨੂੰ ਜਿਸ ਤਰੀਕੇ ਨਸ਼ਾ ਇਸ ਵੇਲੇ ਜੋ ਫੜੀ ਵੀ ਗਈ ਸੀ 2 ਬੇਟੀਆਂ, ਤੇ ਕਿਵੇਂ ਸੇਵਾ ਰਾਹੀਂ ਪ੍ਰੋਵਾਈਡ ਕਰ ਰਹੀਆਂ ਨੇ, ਜਿਸ ਤਰੀਕੇ ਸਾਰਾ ਇਹ ਜਗਜ਼ਾਰ ਹੋ ਚੁੱਕਿਆ। ਪਤਾ ਵੀ ਹੈ ਫੜਨਾ ਹੈ, ਕਿੱਥੇ ਫੜਨਾ ਹੈ, ਫਿਰ ਵੀ ਜਾਣ ਕੇ ਛੱਡਿਆ ਜਾ ਰਿਹਾ। ਦਾ ਮਤਲਬ ਹੈ ਪੈਸੇ ਦਾ ਕਿਤੇ ਲੈਣ ਦੇਣ ਉੱਪਰ ਤੱਕ ਜਾ ਰਿਹਾ ਹੋਣਾ ਹੈ, ਜੋ ਡਾਕਟਰ ਕਿ ਸਾਹਿਬ, ਪਹਿਲਾਂ ਆਹ ਜਿਹੜਾ ਵਿਸ਼ਾ ਨਾ ਨਸ਼ੇ ਦਾ, ਇਹ ਆਪਾਂ ਪੂਰਾ ਪ੍ਰੋਗਰਾਮ ਕਿਸ ਦਿਨ ਲਾਵਾਂਗੇ, ਕਿਉਂਕਿ ਜੇ ਆਪਾਂ ਆਵਾਜ਼ ਨਾ ਚੱਕਾਂਗੇ ਨਾ ਤੇ ਇਹ ਉਧਰ ਉਹ ਘਟਨਾਵਾਂ ਹੋਰ ਹੋਣਗੀਆਂ ਕਿ ਜਿਹੜੀ ਇੱਕ ਤੁਸੀਂ ਸਟੋਰੀ ਸੁਣਾਈ ਸੀ ਕਿਸੇ ਹੋਰ, ਸਾਡੇ ਲਈ ਸਾਰੇ ਮਾਣਯੋਗ ਨੇ, ਸਨਮਾਨਯੋਗ ਨੇ, ਕਿਸੇ ਹੋਰ ਚੈਨਲ ਤੇ ਤੁਸੀਂ ਇੱਕ ਸਟੋਰੀ ਇੱਕ ਮਾਂ ਦੀ ਸੁਣਾਈ ਸੀ ਤੁਸੀਂ, ਪਹਿਲਾਂ ਆਪਦੇ ਹਸਬੈਂਡ ਨੂੰ ਡੀਲ ਕਰਦੀ ਰਹੀ, ਫਿਰ ਉਹ ਪੁੱਤਰ ਨੂੰ, ਤੇ ਉਹ ਬੜੀ ਦੁਖਦਾਈ ਘਟਨਾ ਸੀ ਔਰ ਸੱਚੀ ਸੀ, ਤੁਹਾਡੇ ਹੱਡ ਬੀਤੀ ਸੀ। ਉਹ ਵੀ ਸ਼ੇਅਰ ਕਰਾਂਗੇ ਆਪਣੇ ਇੱਥੋਂ ਦੇ ਦਰਸ਼ਕਾਂ ਨਾਲ, ਪਰ ਪੂਰਾ ਦਾ ਪੂਰਾ ਜਿਹੜਾ ਸੈਸ਼ਨ ਹੈ, ਪੂਰਾ ਡੇ ਉਹਦੇ ਉੱਤੇ, ਪੂਰਾ ਪ੍ਰੋਗਰਾਮ ਉੱਤੇ ਕਰਾਂਗੇ। ਮੈਨੂੰ ਇੱਕ ਆਪਣੇ ਕੋਲ 1.5 ਮਿੰਟ ਰਹਿ ਗਿਆ। ਤੁਹਾਡੇ ਜਨਹਿਤ ਸਮਿਤੀ ਹੈ ਜੀ ਉੱਥੇ ਪਟਿਆਲੇ ਦੇ ਵਿੱਚ, ਤੇ ਉਹਨਾਂ ਨੇ ਮੈਰਾਥਨ ਕਰਾਈ, ਅਬੋਹਰ ਦੇ ਵਿੱਚ ਵੀ ਕਰਵਾਈ ਗਈ, ਮਾਣਯੋਗ ਪ੍ਰਗਟ ਸਿੰਘ ਜੀ ਉੱਥੇ ਗਏ ਹੋਏ ਸੀਗੇ। ਬਹੁਤ ਚੰਗੀ ਗੱਲ ਹੈ, ਨੌਜਵਾਨਾਂ 'ਚ ਐਟਲੀਸਟ ਬੰਦਾ ਘਰੋਂ ਤਾਂ ਨਿਕਲਦਾ ਆ, ਇਸ ਕਰਕੇ ਥੋੜ੍ਹਾ ਇੰਟਰਟੇਨਮੈਂਟ ਵੀ ਹੋ ਜਾਂਦਾ, ਕੁਛ ਵਰਜਿਸ਼ ਵੀ ਹੋ ਜਾਂਦੀ ਆ। ਪਰ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਹੈ, ਚਾਹੇ ਜਿਹੜੀ ਮਰਜ਼ੀ ਆਰਗੇਨਾਈਜੇਸ਼ਨ ਹੈ, ਕਿ ਵਾਕਈ ਸੁਨੇਹਾ ਉੱਪੜਦਾ ਲੋਕਾਂ ਤੱਕ? ਆਪਣੇ 1-2 ਮਿੰਟ ਹੀ ਹੈ, ਤੁਸੀਂ ਰੈਪ ਅਪ ਕਰ ਦਿਓ ਉਹਦੇ ਵਿੱਚ। ਮੈਂ ਪਹਿਲਾਂ ਤਾਂ ਪ੍ਰਗਟ ਜੀ ਦਾ ਹੀ ਵਧਾਈ ਦਿੰਨੀ ਆ, ਬੜਾ ਪਿਆਰਾ ਵੀਰ ਹੈ ਜੋ ਕਿ ਥੋੜਾ ਜਿਹਾ ਵੱਖ ਬਾਕੀਆਂ ਨਾਲੋਂ ਕਰ ਰਿਹਾ ਹੈ, ਹੁੰਦਾ ਹੋਇਆ ਪੋਲਿਟਿਕਸ ਦੇ ਵਿੱਚ। ਚੰਗੀ ਗੱਲ ਹੈ, ਉਹਨੇ ਰੁਝਾਨ ਵਧਾਇਆ ਕਿ ਲੋਕੀ ਸਪੋਰਟਸ ਵੱਲ ਆਉਣ, ਜਿਸ ਤਰੀਕੇ ਹਾਕੀ ਟੀਮ ਦੀਆਂ ਬੇਟੀਆਂ ਲਈ ਵੀ ਉਹਨੇ ਕੀਤਾ। ਇਹੋ ਜਿਹੇ ਜੋ ਸਮਾਗਮ ਇੱਕ ਅੱਧ ਹੁੰਦੇ ਨੇ, ਮੇਬੀ ਕਿ ਸਿਲੈਕਟਿਵ ਕੁਝ ਬੱਚਿਆਂ ਨੂੰ ਆਪਣੇ ਵੱਲ ਖਿੱਚ ਜਾਣ, ਨੌਜਵਾਨ ਪੀੜ੍ਹੀ ਨੂੰ ਖਿੱਚਣ ਦੀ ਗੱਲ ਹੁੰਦੀ ਹੈ, ਪਰ ਇੱਕ ਅੱਧ ਸਮਾਗਮ ਨਾਲ ਇਹ ਉਹ ਚੀਜ਼ ਨਹੀਂ ਅਚੀਵ ਕੀਤੀ ਜਾ ਸਕਦੀ। ਜੋ ਮੈਂ ਤੁਹਾਨੂੰ ਕਹਿ ਰਹੀ ਕਿ ਮੈਂ ਅੱਛੀ ਗੱਲ ਮੰਨਦੀ ਹਾਂ ਕਿ ਚਲੋ ਹੋਣੇ ਤਾਂ ਸ਼ੁਰੂ ਹੋਏ, ਪਰ ਇਹਨੂੰ ਕੰਜ਼ੈਕਟਿਵਿਟੀ, ਇਹਦੇ ਅੱਗੋਂ ਜਿਹੜੀ ਇਹਨੂੰ ਲਗਾਤਾਰਤਾ ਦੇ ਵਿੱਚ ਜਦ ਤੱਕ ਨਹੀਂ ਕਰੋਗੇ, ਇਹ ਸਿਰਫ ਉਹੀ ਗੱਲ ਰਹਿ ਜਾਣੀ ਹੈ, ਖਬਰ ਤੱਕ ਸੀਮਤ ਹੋ ਜਾਣੀ ਹੈ ਕਿ ਅਸੀਂ ਇੰਨਾ ਖਾਣੇ ਤੇ ਲਾਇਆ, ਅਸੀਂ ਇੰਨਾ ਟੀ-ਸ਼ਰਟਾਂ ਦੇਤੀਆਂ, ਅਸੀਂ ਆਪ ਮੀਡੀਆ ਦੇ ਵਿੱਚ ਆ ਗਏ ਤੇ ਚਲੋ ਜੀ ਬੱਲੇ ਬੱਲੇ ਤੇ ਸ਼ਾਬਾਸ਼, ਖਤਮ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਦੀ ਰੈਗੂਲੈਰਿਟੀ ਜਦ ਤੱਕ ਨਹੀਂ ਹੋਏਗੀ, ਨੌਜਵਾਨ ਬੱਚਿਆਂ ਨੂੰ ਸਪੈਸ਼ਲੀ ਇਹਦੀਆਂ ਟ੍ਰੇਨਿੰਗਸ ਦੇ ਕੇ, ਜਦ ਤੱਕ ਹਰ ਬਲਕਿ ਇੱਕ ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ ਇਹੋ ਜਿਹੇ ਟ੍ਰੇਨਿੰਗ ਸੈਂਟਰਸ ਹੋਣੇ ਚਾਹੀਦੇ ਨੇ, ਜਿੱਥੇ ਸਾਡੀ ਨੌਜਵਾਨ ਪੀੜ੍ਹੀ ਸਿੱਖੇ ਤੇ ਇਸ ਪਾਸੇ ਵੱਲ ਮੂੰਹ ਮੋੜੇ। ਕਿਉਂਕਿ ਸਾਡੇ ਇਸ ਵੇਲੇ ਜਿਵੇਂ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ, ਇੱਕ ਸੱਜਣ ਸਿੰਘ ਚੀਮਾ ਜੀ ਨੇ ਵੀ ਇਹੋ ਜਿਹਾ ਇੱਕ ਆਧਾਰ ਬਣਾਇਆ ਹੋਇਆ, ਜਿੱਥੇ ਉਹ ਵੀ ਬਾਸਕਟਬਾਲ, ਆਪ ਵੀ ਬੜੇ ਕਮਾਲ ਦੇ ਪਲੇਅਰ ਰਹੇ ਨੇ, ਅਰਜੁਨ ਅਵਾਰਡੀ, ਤੇ ਉਹ ਇੱਥੇ ਸ਼ੁਰੂ ਵੀ ਕੀਤਾ ਹੋਇਆ ਉਹਨਾਂ ਨੇ, ਜਿਵੇਂ ਬੱਚਿਆਂ ਨੂੰ ਸਿਖਾਉਣਾ ਜਿਹੜੇ ਲੋੜਵੰਦ ਨੇ। ਸੋ ਸਾਡਾ ਇਸ ਪਾਸੇ ਵੱਲ ਰੁਝਾਨ ਜੇ ਲਗਾਤਾਰ ਤੁਰੇ ਤਾਂ ਵਾਕਈ ਜਿਵੇਂ ਪ੍ਰਗਟ ਜੀ ਨੇ ਸ਼ੁਰੂ ਕੀਤਾ, ਮੈਂ ਵਾਕਈ ਲਈ ਉਹਨਾਂ ਨੂੰ ਮੁਬਾਰਕਬਾਦ ਦਿੰਨੀ ਆ ਕਿ ਜੇ ਅਸੀਂ ਸਾਰੇ ਪੰਜਾਬ ਦੇ ਬੱਚੇ ਇਸ ਪਾਸੇ ਵੱਲ ਤੋਰ ਲਏ ਤਾਂ ਨਸ਼ਿਆਂ ਤੋਂ ਬਚਣਗੇ, ਤੇ ਉਹਨਾਂ ਨੂੰ ਸੇਧ ਵੀ ਮਿਲੇਗੀ, ਤੇ ਕੈਰੀਅਰ ਆਪਸ਼ਨਸ ਵੀ ਖੁੱਲਣਗੀਆਂ, ਤੇ ਉਹ ਸ਼ਾਇਦ ਅਸੀਂ ਹੌਲੀ ਹੌਲੀ ਜੇ ਇਸ ਤਰ੍ਹਾਂ ਦੀਆਂ ਅਕੈਡਮੀਜ਼ ਖੋਲ ਦਿੱਤੀਆਂ ਤਾਂ ਬੇਰੁਜ਼ਗਾਰੀ 'ਚ ਵੀ ਠੱਲ ਪਏਗੀ, ਤੇ ਸਾਡੇ ਵਾਪਸ ਨੌਜਵਾਨ ਪੰਜਾਬ ਦੇ, ਸਾਡੀਆਂ ਬੇਟੀਆਂ ਵਾਪਸ ਉਸੇ ਤਰ੍ਹਾਂ ਹੀ ਜੋ ਅਸਲ ਗੱਭਰੂ ਹੋਇਆ ਕਰਦੇ ਸਨ, ਅਸਲ ਸਾਡੀਆਂ ਪੰਜਾਬਣਾਂ ਹੁੰਦੀਆਂ ਸੀ, ਵਾਪਸ ਉਹਨਾਂ ਬਸ ਉਸੇ ਪਾਸੇ ਲਿਜਾ ਸਕਾਂਗੇ।
ਡਾਕਟਰ ਸਾਹਿਬ ਅੱਗੇ ਨਸ਼ੇ ਦਾ 1-2 ਹਫ਼ਤਿਆਂ ਤਾਈਂ ਆਪਾਂ ਪੂਰਾ ਪ੍ਰੋਗਰਾਮ ਨਸ਼ੇ ਤੇ ਕਰਾਂਗੇ, ਪਰ ਕਹਿੰਦੇ ਹੁੰਦੇ ਨਾ ਜੇ ਘੜਾ ਭਰਿਆ ਨਹੀਂ ਤਾਂ ਅੱਧਾ ਹੈ ਤਾਂ ਸਹੀ ਨਾ, ਕੁਛ ਪਾਣੀ ਹੈ, ਕੁਛ ਸੱਚਾਈ ਹੈ, ਕੁਛ ਬੰਦੇ ਚੰਗੇ ਹੈ। ਗਲਾਸ ਜਿਹੜਾ ਅੱਧਾ ਭਰਿਆ ਪਾਣੀ ਦਾ, ਆਪਾਂ ਉਹਦੇ ਵੱਲ ਦੇਖ ਕੇ ਉਹਨੂੰ ਹੋਰ ਭਰਨ ਦੀ ਕੋਸ਼ਿਸ਼ ਕਰਾਂਗੇ, ਨਾ ਕਿ ਉਹਨੂੰ ਹੋਰ ਖਾਲੀ ਕਰਨ ਦੀ। ਪੋਜ਼ਿਟਿਵਿਟੀ ਨੂੰ ਨਾਲ ਲੈ ਕੇ, ਨਾ ਹੀ ਸਾਰੀਆਂ ਸਰਕਾਰਾਂ ਮਾੜੀਆਂ ਹੁੰਦੀਆਂ, ਨਾ ਹੀ ਸਾਰੇ ਅਫਸਰ ਮਾੜੇ ਹੁੰਦੇ ਆ। ਆਪਾਂ ਪੋਜ਼ਿਟਿਵਿਟੀ ਨੂੰ ਲੈ ਕੇ, ਕੋਈ ਚੰਗਾ ਕਰ ਰਿਹਾ ਉਹਨੂੰ ਲੈ ਕੇ ਆਪਾਂ ਅੱਗੇ ਵਧਾਂਗੇ। ਫਿਰ ਪ੍ਰੋਗਰਾਮ ਲਾਵਾਂਗੇ। ਅੱਜ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕ ਸਨ ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਸੋਹਣਾ ਐਲੈਬੋਰੇਟ ਕੀਤਾ ਉਹਨਾਂ ਨੇ ਹਰ ਮੁੱਦੇ ਤੇ। ਫਿਰ ਕਿਸ ਦਿਨ ਇਹਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ ਕਿਸੇ ਨਵੇਂ ਵਿਸ਼ੇ ਵੱਲ, ਖਾਸ ਕਰਕੇ ਨਸ਼ੇ ਤੇ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।